इस वक्त दिल्ली में हजारों की तादाद में किसान इकट्ठा हो रहे हैं। काफी किसान वहां पर इकट्ठा हो चुके हैं और कई राज्यों से किसान वहां पर लगातार कूच कर रहे हैं दिल्ली की तरफ। इस बीच खबर है कि दिल्ली में सरकार ने किसानों को बुराड़ी में निरंकारी समागम ग्राउंड में इकट्ठा होने की परमिशन, इजाजत उन्हें दे दी है। लगातार ये किसान जिस तरह से संघर्ष कर रहे थे दिल्ली में घुसने की, उसे देखते हुए आखिरकार केंद्र की सरकार को झुकना पड़ा है। उन्हें दिल्ली में घुसने की इजाजत देनी पड़ी है केंद्र की सरकार को। केंद्र के 3 कृषि कानूनों का ये किसान विरोध कर रहे हैं। 6 राज्यों के लगभग 500 से ज्यादा किसान जो संगठन है, उनके ये किसान एकजुट होकर केंद्र की सरकार के खिलाफ दिल्ली में पहुंचे हैं। इस काले कानून वो करार दे रहे हैं इन कानूनों को और कह रहे हैं कि इसे सरकार को हर हाल में वापस लेना ही होगा। ये मरने या मारने वाली स्थिति बन गई है। ये किसान कह रहे हैं कि हम पीछे नहीं हटेंगे, पहले केंद्र की जो सरकार है वो उनकी मांगों को माने। इस बीच जो पंजाब के सीएम है कैप्टन अमरिंदर सिंह, वो लगातार ट्वीट कर ये कह रहे हैं कि किसानों का जो आंदोलन है उसे हल्के में नहीं लेना चाहिए केंद्र की सरकार को। स्थिति बहुत नाजुक है और इसीलिए केंद्र की सरकार को बातचीत की पहल करनी चाहिए। उन्हें 3 दिसंबर तक का इंतजार नहीं करना चाहिए। इस वक्त मेरे साथ स्टूडियो में मौजूद हैं हमारे एडिटर इन चीफ बलविंदर जम्मू और साथ ही साथ हमारे सहयोगी अविनाश शर्मा। सबसे पहले स्वागत करती हूँ आप दोनों का। जम्मू जी, आपसे शुरुआत करना चाहूंगी। जिस तरह से किसानों को आखिरकार दिल्ली में घुसने की इजाजत दे दी गई है, आपको क्या लगता है, क्या ये किसान वहां पर इकट्ठा होकर अब अपना संघर्ष जो है वो आगे बढ़ा पाएंगे? क्योंकि उन्हें ये भी डर है कहीं ना कहीं कि उनका जो प्रदर्शन है उसे यहाँ पर दबाने की कोशिश की जाएगी केंद्र सरकार की तरफ से। देखो नेहा जी, गल बड़ी साफ जी हैगी है। केंद्र सरकार ਦੇ ਇਸ फैसले 'ਚ ਵੀ ਵਿਰੋਧਾਭਾਸ ਨਜ਼ਰ ਆਉਂਦਾ ਹੈ ਜੀ। ਇੱਕ ਪਾਸੇ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ ਵੀ ਤੁਸੀਂ ਬਰਾੜੀ ਜਿਹੜੀ ਗਰਾਊਂਡ ਹੈ, ਜਿਹੜੇ ਕਰਨਾਲ ਬਾਈਪਾਸ ਤੋਂ 4-5 ਕਿਲੋਮੀਟਰ ਦੀ ਵਿੱਥ ਆ, ਵੀ ਉੱਥੇ ਜਾ ਕੇ ਇਕੱਠੇ ਹੋ ਜਾਓ ਤੇ ਉੱਥੇ ਆਪਣੀ ਰੈਲੀ, ਧਰਨਾ ਪ੍ਰਦਰਸ਼ਨ ਜਿਹੜਾ ਉੱਥੇ ਕਰੋ। ਦੂਜੇ ਪਾਸੇ ਜਦੋਂ ਅਸੀਂ ਸਿੰਧੂ ਬਾਰਡਰ ਨੂੰ ਦੇਖਦੇ ਹਾਂ, ਟਿਕਰੀ ਬਾਰਡਰ ਨੂੰ ਦੇਖਦੇ ਹਾਂ, ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਆ, ਜਿਹੜੇ ਡੱਬ ਵਾਲੀ ਤੋਂ ਚੱਲੇ ਹੋਏ, ਜਿਹੜੇ ਖਨੌਰੀ ਤੋਂ ਚੱਲੇ ਆ, ਉਹਨਾਂ ਨੂੰ ਥਾਂ-ਥਾਂ ਦੇ ਉੱਪਰ ਰੁਕਾਵਟਾਂ ਦਾ, ਬੈਰੀਕੇਡਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਵੱਖ-ਵੱਖ ਬੈਰੀਕੇਡ ਤੋੜ ਕੇ ਆ ਰਹੇ ਆ। ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ, ਉਹਨਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਜਾ ਰਹੀਆਂ। ਮਤਲਬ ਕਿਸਾਨਾਂ ਦਾ ਜਿਹੜਾ ਹੌਸਲਾ ਹੈ ਉਹਦੀ ਪਰਖ ਕੀਤੀ ਜਾ ਰਹੀ, ਉਹਨੂੰ ਟੈਸਟ ਕੀਤਾ ਜਾ ਰਿਹਾ। ਮਤਲਬ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੂੰ ਕੱਲ ਦਾ ਅਜੇ ਤੱਕ ਪਤਾ ਨਹੀਂ ਲੱਗਾ ਵੀ ਤੁਸੀਂ ਸ਼ੰਭੂ ਬਾਰਡਰ ਤੇ ਸਾਰਾ ਤਜਰਬਾ ਕਰਕੇ ਦੇਖ ਲਿਆ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਇਸ ਗੱਲ ਲਈ ਡਿਟਰਮਨ ਨੇ, ਦ੍ਰਿੜ ਨੇ। ਉਹ ਤੁਹਾਡੀਆਂ ਸਾਰੀਆਂ ਰੋਕਾਂ ਜਿਹੜੀਆਂ ਤੋੜ ਰਹੇ ਨੇ, ਕੱਲ ਵੀ ਤੋੜੀਆਂ ਨੇ। ਤੁਸੀਂ ਕਿੰਨੇ ਥਾਵਾਂ ਤੇ ਰੋਕਾਂ ਲਾਈਆਂ। ਇੱਥੋਂ ਜਾ ਕੇ ਤੁਸੀਂ ਕਰਨਾਲ ਜਿਹੜਾ ਕਰਨਾ ਲੇਕ ਆ ਉੱਥੇ ਵੀ ਰੋਕਾਂ ਲਾਈਆਂ, ਵੱਡਾ ਬੈਰੀਕੇਡ ਲਾਇਆ। ਉਹ ਤੋਂ ਅੱਗੇ ਪਾਣੀਪਤ ਤੋਂ ਅੱਗੇ ਬਹੁਤ ਤਗੜਾ ਤੁਸੀਂ ਪ੍ਰਬੰਧ ਕੀਤਾ ਸੀਗਾ, ਕਿਸਾਨਾਂ ਨੇ ਉਹ ਵੀ ਤੋੜਤਾ। ਤੁਹਾਡੇ ਸਾਰੇ ਪ੍ਰਬੰਧ ਜਿਹੜੇ ਤੋੜ ਕੇ ਕਿਸਾਨ ਜਿਹੜੇ ਸਿੰਧੂ ਬਾਰਡਰ ਤੇ ਪਹੁੰਚ ਗਏ। ਉਸੇ ਪਾਸੇ ਇਸੇ ਤਰ੍ਹਾਂ ਅੱਜ ਸਵੇਰੇ ਜਿਹੜੇ ਕਿਸਾਨ ਚੱਲੇ ਖਨੌਰੀ ਤੋਂ ਤੇ ਡੱਬ ਵਾਲੀ ਤੋਂ, ਉਹਨਾਂ ਨੇ ਵੀ ਤੁਹਾਡੀਆਂ ਸਾਰੀਆਂ ਰੋਕਾਂ ਤੋੜਤੀਆਂ। ਕੇਂਦਰ ਸਰਕਾਰ ਨੂੰ ਜਿਹੜੀ ਗੱਲ ਹੈ ਕਿਸਾਨਾਂ ਦੀ ਬਹੁਤ ਪਹਿਲਾਂ ਸੁਣਨੀ ਚਾਹੀਦੀ ਸੀ। ਕੇਂਦਰ ਸਰਕਾਰ ਜਿਹੜੀ ਆ ਹੌਸਲੇ ਦੀ ਜਿਹੜੀ ਕਿਸਾਨਾਂ ਦੀ ਪਰਖ ਕਰ ਰਹੀ ਆ। ਅੱਜ ਇਹਦਾ ਕੀ ਤਰੀਕਾ ਹੋਇਆ ਵੀ 6 ਸੂਬਿਆਂ ਦੇ ਕਿਸਾਨ ਜਿਹੜੇ ਅੱਜ ਦਿੱਲੀ ਦੇ ਸਾਰੇ ਪਾਸੇ ਇਨਸਰਕਲ ਕਰਤਾ, ਸਾਰੇ ਪਾਸੇ ਇਕੱਠੇ ਹੋ ਗਏ। ਜਿਹੜੇ ਯੂਪੀ ਦੇ ਕਿਸਾਨ ਆ ਉਹਨਾਂ ਨੇ ਕੇਂਦਰ ਜਿਹੜੇ ਮੁੱਖ ਮਾਰਗ ਸੀ ਉਹਨਾਂ ਨੂੰ ਰੋਕਣ ਦਾ ਫੈਸਲਾ ਕੀਤਾ। ਹੁਣ ਕਿਸਾਨਾਂ ਨੂੰ ਤੁਸੀਂ ਜਾ ਕੇ ਸੱਦਾ ਦਿੱਤਾ, ਅਜੇ ਸੱਦਾ ਦੇ ਦਿੱਤਾ ਵੀ ਤੁਸੀਂ ਅਸੀਂ ਤੁਹਾਨੂੰ ਥਾਂ ਦੇਤੀ ਹੈ। ਥਾਂ ਦੇਣ ਤੋਂ ਦਿੱਲੀ ਪੁਲਿਸ ਜਿਹੜੀ ਉਹ ਤੁਹਾਡੇ ਅਧੀਨ ਆ, ਤੁਸੀਂ ਉਹਨਾਂ ਨੂੰ ਅਜੇ ਤੱਕ ਕਿਹਾ ਹੀ ਨਹੀਂਗਾ। ਉਹ ਇਸ ਕਰਕੇ ਉਹਨਾਂ ਦੇ ਉੱਪਰ ਗੋਲੇ, ਅਥਰੂ ਗੈਸ ਦੇ ਗੋਲੇ ਸੁੱਟੀ ਜਾ ਰਹੀ ਆ, ਉਹਨਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਮਾਰੀ ਜਾ ਰਹੀ, ਉਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ। ਇੱਕ ਗੱਲ ਮੈਂ ਤੁਹਾਨੂੰ ਇੱਥੇ ਬੜੀ ਸਪਸ਼ਟ ਦੱਸਣਾ, ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟਦੇ ਆ, ਕਿਸਾਨ ਵੀ ਇੰਨਾ ਕੁ ਸਮਝ ਗਿਆ, ਉਹ ਉੱਪਰ ਕੰਬਲ ਜਾਂ ਗਿੱਲੀ ਚੀਜ਼ ਪਾ ਕੇ ਉਹ ਪੁਲਿਸ ਤੇ ਸੁੱਟ ਦਿੰਦੇ ਆ। ਇਹ ਉਹਨਾਂ ਨੇ ਸਿੱਖ ਲਿਆ। ਤੁਸੀਂ ਜਿੰਨੀਆਂ ਰੋਕਾਂ ਲਾਈਆਂ, ਕੰਡਿਆਲੀ ਤਾਰ ਲਾਈ, ਤੁਸੀਂ ਵੱਡੇ ਵੱਡੇ ਬੋਲਡਰ ਸੁੱਟੇ, ਤੁਸੀਂ ਜਿਹੜੇ ਹੋਰ ਕਈ ਮਤਲਬ ਕਰੇਨਾਂ ਨਾਲ ਮਤਲਬ ਸਾਰਾ ਕੁਝ ਵਰਤਿਆ ਤੇ ਤੁਸੀਂ ਵੱਡੇ ਵੱਡੇ ਆਬਸਟੈਕਲ ਖੜੇ ਕੀਤੇ, ਵੱਡੀਆਂ ਦੀਵਾਰਾਂ ਬਣਾਉਣ ਤੱਕ ਗਏ ਮਿੱਟੀ ਦੀਆਂ। ਇਹ ਸਾਰਾ ਕੰਮ ਜਿਹੜੇ ਕਿਸਾਨ ਕਰਨਾ ਜਾਣਦੇ ਆ। ਇਸ ਕਰਕੇ ਕਿਸਾਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਸਾਰਾ ਕੁਝ ਤੋੜਾਂਗੇ। ਤੁਸੀਂ ਡੂੰਘਾ ਕੀਤਾ ਸੜਕ ਨੂੰ, ਉਹ ਤਾਂ ਖੂਹ ਪੱਟਣ ਵਾਲੇ ਕਿਸਾਨ ਨੇ, ਉਹਨਾਂ ਨੂੰ ਪਤਾ ਵੀ ਕਿਵੇਂ ਇਹਨਾਂ ਨੂੰ ਪੂਰਨਾ। ਉਹਨਾਂ ਨੇ ਆਪਣੇ ਤਰੀਕਿਆਂ ਨਾਲ ਇਹਨੂੰ ਸਾਰੇ ਕਾਸੇ ਨੂੰ ਪੂਰਤਾ। ਸਾਡੀਆਂ ਰੋਕਾਂ ਤੁਹਾਡੀਆਂ ਚੱਲੀਆਂ। ਮਤਲਬ ਅੱਜ ਠੰਡ ਦਾ ਮੌਸਮ ਹੈ, ਠੰਡ ਦੇ ਵਿੱਚ ਅਸੀਂ ਸਾਰੇ ਜਿਹੜੇ ਗਰਮ ਕੱਪੜੇ ਪਾਉਣ ਕੇ ਆਪਣੇ ਸਰੀਰ ਨੂੰ ਠੰਡ ਤੋਂ ਬਚਾਉਂਦੇ ਹਾਂ।
ਤੁਸੀਂ ਪਾਣੀ ਮਾਰ ਕੇ ਉਹਨਾਂ ਨੂੰ ਹੋਰ ਠਾਰਨ ਦਾ ਯਤਨ ਕਰ ਰਹੇ ਹੋ। ਤੁਸੀਂ ਉਹਨਾਂ ਦੇ ਹੌਸਲੇ ਪਸਤ ਨਹੀਂ ਕਰ ਰਹੇ, ਸਗੋਂ ਉਹਨਾਂ ਨੇ ਤੁਹਾਡੇ ਹੌਸਲੇ ਪਸਤ ਕੀਤੇ ਆ। ਤੁਹਾਨੂੰ ਕਿਹਾ ਵੀ ਤੁਸੀਂ ਗੱਲਬਾਤ ਦੀ ਟੇਬਲ ਤੇ ਆਓ। ਮਤਲਬ ਕਿੰਨੇ ਦਿਨ ਹੋ ਗਏ, ਤੁਸੀਂ 13 ਨਵੰਬਰ ਨੂੰ ਗੱਲ ਕੀਤੀ ਆ, 13 ਨਵੰਬਰ ਤੋਂ 3 ਦਸੰਬਰ ਦੀ ਤੁਸੀਂ ਗੱਲਬਾਤ ਦੇਣ ਦਾ ਕੀ ਲੌਜਿਕ ਕੀ ਹੈ, ਦਲੀਲ ਕੀ ਹੈ, ਤਰਕ ਕੀ ਹੈ? ਤੁਹਾਨੂੰ ਪਤਾ ਕਿੰਨੇ ਦਿਨਾਂ ਤੋਂ ਵੀ ਕਿਸਾਨ ਜਿਹੜੇ ਦਿੱਲੀ ਵੱਲ ਨੂੰ ਆਉਣਗੇ, ਇਹ ਵੀ ਪਤਾ ਵੀ ਕਿੰਨੇ ਵੱਡੀ ਗਿਣਤੀ ਦੇ ਵਿੱਚ ਆਉਣਗੇ, ਸਾਰਾ ਕੁਝ ਹੋਏਗਾ। ਇਸ ਕਰਕੇ ਕੇਂਦਰ ਸਰਕਾਰ ਦਾ ਜਿਹੜਾ ਇਹ ਤਰੀਕਾਕਾਰ ਆ, ਇਹ ਕਿਸੇ ਤਰੀਕੇ ਨਾਲ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਇਹਨੂੰ ਜਾਇਜ਼ ਨਹੀਂ ਠਹਿਰਾਇਆ। ਮਤਲਬ ਇਹ ਕਿੰਨੀ ਮਾੜੀ ਗੱਲ ਹੈਗੀ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅੱਜ ਵੀ ਉਹ ਕਹਿ ਰਹੇ ਮਤਲਬ ਵੀ ਇਹ ਕਾਨੂੰਨ ਤਾਂ ਜਿਹੜੇ ਆ ਕਿਸਾਨਾਂ ਦੇ ਹਿੱਤ 'ਚ ਹੈ, ਕਿਸਾਨਾਂ ਦੇ ਬਿਹਤਰੀ ਲਈ ਨੇ। ਜੇ ਕਿਸਾਨਾਂ ਦੀ ਬਿਹਤਰੀ ਲਈ ਨੇ, ਤੁਸੀਂ ਦੱਸ ਕਿਉਂ ਨਹੀਂ ਸਕੇ ਉਦੋਂ 7 ਘੰਟੇ ਦੀ ਮੀਟਿੰਗ ਦੇ ਵਿੱਚ ਕਿਸਾਨ ਕਿਉਂ ਫਿਰ ਇੱਧਰ ਨੂੰ ਆ ਰਹੇ? ਤੁਹਾਨੂੰ ਪਤਾ ਸੀਗਾ ਵੀ ਕਿਸਾਨਾਂ ਨੇ ਆਉਣਾ ਤੇ ਤੁਸੀਂ ਪਹਿਲਾਂ ਗੱਲਬਾਤ ਕਿਉਂ ਨਹੀਂ ਕੀਤੀ? ਮਤਲਬ ਤੁਸੀਂ ਕਿਸ ਚੀਜ਼ ਦੀ ਵੇਟ ਕਰ ਰਹੇ ਹੋ? ਤੁਸੀਂ ਕਿਸਾਨਾਂ ਦਾ ਹੌਸਲਾ ਪਰਖਣਾ ਚਾਹੁੰਦੇ ਹੋ? ਤੁਸੀਂ ਇਹ ਦੇਖਣਾ ਚਾਹੁੰਦੇ ਹੋ ਵੀ ਕਿਸਾਨਾਂ 'ਚ ਕਿੰਨਾ ਰੋਹ? ਕਿਸਾਨ ਮਾਰਨ ਲਈ ਤਿਆਰ ਨੇ, ਕਿਸਾਨ ਕੁਰਬਾਨੀਆਂ ਕਰਨ। ਇਹਦੇ ਵਿੱਚ ਕਿੰਨੀਆਂ ਔਰਤਾਂ ਨੇ ਟੀਵੀ ਤੇ ਇੰਟਰਵਿਊ ਦਿੱਤੀਆਂ ਵੀ ਅਸੀਂ ਕੁਰਬਾਨੀ ਕਰਨ ਲਈ ਤਿਆਰ ਆ। ਜਦੋਂ ਔਰਤਾਂ ਵੀ ਨਾਲ ਮਰਦਾਂ ਦੇ ਬਰਾਬਰ ਇਸ ਅੰਦੋਲਨ ਦੇ ਵਿੱਚ ਕੁੱਦ ਪਈਆਂ ਨੇ, ਤਾਂ ਤੁਸੀਂ ਕਿਸ ਗੱਲ ਦੀ ਵੇਟ ਕਰ ਰਹੇ ਹੋ? ਕਿਸਾਨਾਂ ਔਰਤਾਂ ਨੇ ਕਹੀਆਂ ਮਤਲਬ ਵੀ ਅਸੀਂ ਕੁਰਬਾਨੀਆਂ ਦੇਣ ਲਈ। ਇਹ ਇੱਕ ਹੋਰ ਦੇਖਣ ਵਾਲੀ ਗੱਲ ਹੈ, ਕੁਝ ਕਿਸਾਨ ਸਾਈਕਲ ਲੈ ਕੇ ਚੱਲੇ ਹੋਏ ਆ, ਕੱਲੇ ਵੀ ਜਿੱਥੇ ਸਾਨੂੰ ਰੋਕਣਗੇ ਝੰਡੇ ਲਾਏ ਹੋਏ ਆ ਵੀ ਅਸੀਂ ਜਾ ਰਹੇ ਹਾਂ, ਜਿੱਥੇ ਰੋਕੋਗੇ ਰੁਕ ਜਾਾਂਗੇ। ਮਤਲਬ ਇਸ ਤਰੀਕੇ ਦਾ ਹੈਗਾ ਮਾਮਲਾ। ਜੇ ਕੇਂਦਰ ਨੇ ਆਗਿਆ ਦੇ ਦਿੱਤੀ ਤਾਂ ਫਿਰ ਬਾਰਡਰ ਦੇ ਉੱਪਰ ਅਥਰੂ ਗੋਲੇ ਸੁੱਟਣ ਦਾ ਕੀ ਮਾਮਲਾ? जी बिल्कुल, मतलब ये तरीका जड़ा वर्त्या जा रहा है, ये गलत तरीका है। केंद्र सरकार की तरफ से आप कहना चाह रहे हैं कि कोई जो है एक प्लानिंग नहीं दिखी कि जिस तरह से ये किसान इतने ज्यादा आक्रोश में नजर आ रहे हैं, उनकी कोई प्लानिंग नहीं थी कि किस तरह से इनके साथ डील की जाए। अविनाश, अगला सवाल मेरा आपसे है कि जिस तरह से हथकंडे पुलिस ने अपनाए, चाहे वो हरियाणा की पुलिस हो, हरियाणा में किया गया किसानों के साथ, चाहे वो दिल्ली की पुलिस कर रही है, ऐसा लग रहा था जैसे कि किसान को किसी आतंकवादी या फिर उग्रवादी या फिर कोई ऐसा प्रदर्शनकारी है जिसको हर हाल में रोकना है। इस तरह ये रवैया, ये जो व्यवहार है पुलिस का दिख रहा था। क्या कहेंगे? नेहा, देखो गल इदां है बई, जिहड़ी केंद्र सरकार दा रवैया है भावें हरियाणा सरकार दा रवैया है, इन्हां दी कार्रवाई दी चारे पासे जिहड़ी नखिद्धी हो रही है। सब तो पहली गल, जिवें जम्मू जी ने दस्सिया कि बई ये दोहरी नीति ते सरकार काम कर रही है। एक पासे दिखाउणा चाहती है जी किसानां दे असीं हित दी गल करदे हां, उन्हां दे पक्ष दी गल करदे हां, ते दूजे पासे उन्हां नूं जे दिल्ली दे ग्राउंड देता बई उत्थे तुसीं इकट्ठ हो के धरना दे सकते हो। फिर उन्हां ते जिहड़ी अथरू गैस दे गोले छड्डे जा रहे हैं, तुसीं सिंधु बॉर्डर ही देख लो। और जे केंद्र सरकार दे इस फैसले तो बावजूद जिहड़ा सिंधु बॉर्डर ते किसानां ते अथरू गैस दे गोले छड्डे गए, ਜਿਹੜੀ ਪਾਣੀ ਦੀਆਂ ਵਿਛਾੜਾ ਕੀਤੀਆਂ ਗਈਆਂ ਤੇ ਹੋਰ ਉਹਨਾਂ ਨਾਲ ਹਜੇ ਉੱਥੋਂ ਹੱਥੇ ਪਾਈ ਦੀ ਜਿਹੜੀ ਹੈ ਨੌਬਤ ਬਣੀ ਹੋਈ ਹੈ, ਸਥਿਤੀ ਬਣੀ ਹੋਈ ਹੈ। ਹਜੇ ਜੀ ਕੇਂਦਰ ਸਰਕਾਰ ਦੇ ਜਿਹੜੀ ਅਧੀਨ ਹੈ ਪੁਲਿਸ, ਜੇ ਹਰਿਆਣੇ ਦੀ ਗੱਲ ਕਰੀਏ ਉੱਥੇ ਵੀ ਭਾਜਪਾ ਦਾ ਸ਼ਾਸਨ ਹੈ। ਤੇ ਜੇ ਆਪਸ ਦਾ ਉਹਨਾਂ ਦਾ ਜੇ ਇੰਨਾ ਮਤਭੇਦ ਹੈ ਸਰਕਾਰਾਂ ਦਾ ਹੀ, ਜੇ ਕੇਂਦਰ ਸਰਕਾਰ ਤੇ ਜ਼ਿਲ੍ਹਾ ਸਰਕਾਰ, ਰਾਜ ਸਰਕਾਰ ਦੇ ਵਿੱਚ, ਫਿਰ ਕਿ ਤੁਸੀਂ ਕਿੱਦਾਂ ਕਹਿ ਸਕਦੇ ਹੋ ਬਈ ਤੁਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋ, ਉਹਨਾਂ ਦੇ ਪੱਖ ਦੀ ਗੱਲ ਕਰਦੇ ਹੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਜਿਹੜਾ ਫੈਸਲਾ ਸੁਣਾਤਾ ਉਹ ਆ ਜਾਣ ਮੈਦਾਨ 'ਚ ਇਕੱਠੇ ਹੋ ਸਕਦੇ ਹਨ, ਦੂਜੇ ਪਾਸੇ ਤੁਸੀਂ ਉਹਦੇ ਕੁਝ ਕਿਲੋਮੀਟਰ ਪਿੱਛੇ ਹੀ ਉਹਨਾਂ ਨੂੰ ਰੋਕ ਰਹੇ ਹੋ, ਉਹਨਾਂ ਦੇ ਅਥਰੂ ਗੈਸ ਦੇ ਗੋਲੇ ਛੱਡ ਰਹੇ ਹੋ ਤੇ ਉਹਨਾਂ ਨੂੰ ਤੰਗ ਕਰ ਰਹੇ ਹੋ। ਇਹ ਕਿੱਦਾਂ ਦੀ ਦੋਹਰੀ ਨੀਤੀ ਤੇ ਜਿਹੜੀ ਕੇਂਦਰ ਸਰਕਾਰ ਚੱਲ ਰਹੀ ਹੈ? ਇਹ ਬੜੀ ਇਹਦੇ ਚਾਰੇ ਪਾਸੇ ਦੀ ਨਖੇਦੀ ਹੋ ਰਹੀ ਹੈ। ਜੀ ਦੇਖੋ, ਇਹਦੇ ਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਕੇਂਦਰ ਸਰਕਾਰ ਦੇ ਜਿਹੜੇ ਗ੍ਰਹਿ ਸਕੱਤਰ ਨੇ, ਉਹਨਾਂ ਨੇ ਅੱਜ ਤੋਂ 3 ਦਿਨ ਪਹਿਲਾਂ 5 ਸੂਬਿਆਂ ਦੇ ਜਿਹੜੇ ਪੁਲਿਸ ਮੁਖੀ ਸੀ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੂੰ ਗੱਲਬਾਤ ਕਰਕੇ ਇਹ ਇਸ ਕਿਸਮ ਦੀਆਂ ਡਾਇਰੈਕਸ਼ਨ ਦਿੱਤੀਆਂ ਵੀ ਤੁਸੀਂ ਕਿਸਾਨਾਂ ਨੂੰ ਰਸਤੇ 'ਚ ਰੋਕੋ, ਚਾਹੇ ਉਹ ਹਰ ਹਾਲ में कैसी भी स्थिति हो। ਮਤਲਬ ਇਹ ਜਿਹੜੀਆਂ ਡਾਇਰੈਕਸ਼ਨਾਂ ਇਹ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨਾਂ ਨੇ। ਮਤਲਬ ਕੇਂਦਰ ਸਰਕਾਰ ਇਹ ਚਾਹੁੰਦੀ ਸੀ ਇਹਨਾਂ ਨੂੰ ਰੋਕਿਆ ਜਾਵੇ। ਮਤਲਬ ਤੁਸੀਂ ਕਿਸਾਨਾਂ ਨਾਲ ਗੱਲਬਾਤ ਦੀ ਟੇਬਲ ਤੇ ਕਿਉਂ ਨਹੀਂ ਆਉਂਦੇ? ਰੋਕਣਾ ਕਿਉਂ ਚਾਹੁੰਦੇ ਆ? ਮਤਲਬ ਜੇ ਗੱਲਬਾਤ ਦੀ ਟੇਬਲ ਤੇ ਤੁਸੀਂ ਵਜੇ ਤਾਂ ਤੁਸੀਂ ਕਹਿਤਾ ਵੀ ਜੋ ਅਸੀਂ ਪਾਸ ਕਰਤਾ ਉਹ ਧੱਕਾ ਕੀਤਾ ਉਹ ਚੱਲੇਗਾ। ਕਿਸਾਨ ਮੰਨਣ ਲਈ ਤਿਆਰ ਨਹੀਂ। ਕਿਸਾਨ ਕਹਿੰਦਾ ਵੀ ਇਹਦੇ ਨਾਲ ਤੁਸੀਂ ਮੈਨੂੰ ਜ਼ਮੀਨ ਤੋਂ ਬੇਦਖਲ ਕਰਨਾ ਚਾਹੁੰਦੇ ਹੋ। ਜਿਹੜਾ ਤੁਹਾਡੇ ਖੇਤੀ ਕਾਨੂੰਨ ਆ ਉਹ ਮੈਨੂੰ ਮਾਲਕ ਤੋਂ ਨੌਕਰ ਬਣਾਉਣ ਵਾਲੇ ਨੇ, ਤੇ ਤੁਸੀਂ ਇਹ ਗੱਲ ਸੁਣਨ ਲਈ ਤਿਆਰ ਨਹੀਂ। ਤੁਸੀਂ ਉੱਥੇ ਕਹਿੰਦੇ ਵੀ ਐਸਡੀਐਮ ਨੂੰ ਜਾਂ ਡੀਸੀ ਫੈਸਲਾ ਕਰਨਗੇ, ਉਹ ਕਹਿੰਦੇ ਵੀ ਜਿਹੜੀਆਂ ਕੋਰਟ ਆ ਉਹ ਕਿਉਂ ਫੈਸਲਾ ਨਾ ਕਰਨ। ਮਤਲਬ ਇਹ ਤਰੀਕੇ ਦੀ ਗੱਲਬਾਤ ਹੈਗੀ ਹੈ ਜਿਹਦੇ ਤੋਂ ਕਿਸਾਨਾਂ ਦੇ ਵਿੱਚ ਰੋਸ ਹੈ, ਰੋਸ ਵਿਆਪਕ ਹੈ। ਪੰਜਾਬ ਦੇ ਕਿਸਾਨਾਂ ਦੇ ਵਿੱਚ, ਹਰਿਆਣੇ ਦੇ ਵਿੱਚ ਤੁਸੀਂ ਕੀ ਕੀਤਾ? ਗੁਰਨਾਮ ਸਿੰਘ ਉਹਨਾਂ ਦਾ BKU ਦਾ ਪ੍ਰਧਾਨ ਹੈ ਹਰਿਆਣੇ ਦਾ, ਤੁਸੀਂ ਉਹਨਾਂ ਦੇ ਕਈ ਕੇਸ ਬਣਾਤੇ, ਉਹਨਾਂ ਦੇ ਕੇਸ ਬਣਾਤੇ, 307 ਦਾ ਵੀ ਬਣਾਤਾ। ਮਤਲਬ ਇਵੇਂ ਤੁਸੀਂ ਇੱਕ ਡਰਾਉਣ ਦਾ
ਧਮਕਾਉਣ ਦੀ ਨੀਤੀ ਤੇ ਕੰਮ ਕਰ ਰਹੇ ਹੋ। ਤੁਸੀਂ ਡਾਇਲੌਗ ਤੇ ਨਹੀਂ ਆ ਰਹੇ। ਜਿਹੜੀ ਡਾਇਲੌਗ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਮੋਨੋਲੋਗ ਕਰਦੇ ਹੋ। ਮੋਨੋਲੋਗ ਨਾਲ ਕੰਮ ਨਹੀਂ ਚੱਲਣਾ। ਇਹ ਖੇਤੀ ਕਾਨੂੰਨਾਂ ਦੇ ਉੱਪਰ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਪੈਗੀ। ਉਹ ਦੇਰ ਸੁਣੇ ਸਵੇਰ ਸੁਣੇ, ਇਹਦੇ ਤੋਂ ਬਿਨਾਂ ਜੇਕਰ ਖੇਤੀ ਕਾਨੂੰਨਾਂ ਦੇ ਵਿੱਚ ਕੇਂਦਰ ਸਰਕਾਰ ਸੋਧ ਕਰਨ ਲਈ ਤਿਆਰ ਨਾ ਹੋਈ, ਇਹ ਅੰਦੋਲਨ ਖਤਮ ਨਹੀਂ ਹੋਏਗਾ। ਇਹ ਅੰਦੋਲਨ ਜਿਹੜੇ ਕਿਸਾਨ ਗਏ ਆ, ਉਹ 4-4 ਮਹੀਨੇ ਦਾ ਰਾਸ਼ਨ ਲੈ ਕੇ ਗਏ ਆਪਣੇ ਨਾਲ, ਟਰੱਕ ਨਾਲ ਲੈ ਕੇ, ਡਾਕਟਰਾਂ ਦਾ ਪ੍ਰਬੰਧ ਕਰਕੇ ਗਏ। ਸਾਰਾ ਮਤਲਬ ਉਹਨਾਂ ਨੇ ਪ੍ਰਬੰਧ ਕੀਤਾ। ਉਹ ਟਰਾਲੀਆਂ 'ਚ ਵੀ ਨੇ, ਟਰਾਲੀਆਂ ਦੇ ਉੱਪਰ ਤੁਸੀਂ ਪਾਣੀ ਦੀਆਂ ਵਿਛਾੜਾਂ ਮਾਰੀਆਂ, ਉਹਨਾਂ ਨੇ ਉੱਪਰ ਠੰਡ ਤੋਂ ਵੀ ਪ੍ਰਬੰਧ ਕੀਤਾ ਹੈ। ਉੱਪਰ ਉਹਨਾਂ ਨੇ ਕਵਰ ਕੀਤੀਆਂ ਹੋਈਆਂ ਤਰਪਾਲਾਂ ਨਾਲ, ਹੋਰ ਢੰਗ ਨਾਲ ਉਹ ਆਪਣਾ ਇੱਕ ਪ੍ਰਬੰਧ ਕਰਕੇ ਗਏ। ਇਸ ਕਰਕੇ ਤੁਸੀਂ ਇਹ ਗੱਲਾਂ ਨੂੰ ਥੋੜੇ ਚ ਨਾ ਲਓ। ਇਹਨਾਂ ਗੱਲਾਂ ਬਾਰੇ ਕੋਸ਼ਿਸ਼ ਕਰੋ ਕਿ ਇਹ ਕਿਵੇਂ ਇਹਨਾਂ ਨਾਲ ਡੀਲ ਕਰਨਾ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਥੇ ਨੇਹਾ, ਇਹ ਮਸਲਾ ਜਿਹੜਾ ਉੱਠਿਆ ਹੈ, ਇਹ ਹੁਣ ਛੇਤੀ ਨਾਲ ਇਹਦਾ ਕੋਈ ਹੱਲ ਮੈਨੂੰ ਦਿਸਦਾ ਨਹੀਂ, ਕਿਉਂਕਿ ਕਿਸਾਨ ਜਿਹੜੀ ਸਰਕਾਰਾਂ ਨੇ, ਕੇਂਦਰ ਸਰਕਾਰ ਹੋਵੇ ਭਾਵੇਂ ਹਰਿਆਣਾ ਸਰਕਾਰ ਹੋਵੇ, ਉਹ ਕਿਸਾਨਾਂ ਦੇ ਖਿਲਾਫ ਕਦਮ ਚੱਕ ਰਹੀਆਂ ਨੇ। ਜੇਕਰ ਉਹਨਾਂ ਨੂੰ अविनाश, इस वक्त हमारे साथ फोन लाइन पर जुड़ चुके हैं हमारे एक मेहमान। वो फिलहाल देखते हैं कि वो क्या कहना चाहते हैं इस पूरे मामले पर, जो किसानों का ये जो संग्राम एक अब महासंग्राम में बदलता नजर आ रहा है। जी हेलो हेलो, हाँ जी, हाँ जी, नमस्कार जी। हाँ जी प्रभुदयाल जी, की हाल चाल है? सर वधिया है। जे किसानां ਦੀ ਕੀਤੀ ਜਾਵੇ ਤਾਂ ਕਿਸਾਨਾਂ ਵਿੱਚ ਦਿੱਲੀ ਜਾਣ ਵਾਸਤੇ ਭਾਰੀ ਉਤਸ਼ਾਹ ਹੈ। ਹਰਿਆਣਾ ਸਰਕਾਰ ਤੋਂ ਲਾਏ ਗਏ ਬੈਰੀਕੇਡ ਕਿਸਾਨਾਂ ਨੇ ਤੋੜ ਕੇ ਦਿੱਲੀ ਵੱਲ ਕੂਚ ਕਰ ਲਿਆ ਹੈ। ਸਭ ਤੋਂ ਪਹਿਲਾਂ ਕਿਸਾਨਾਂ ਨੇ ਡੱਬ ਵਾਲੀ ਬੈਰੀਅਰ ਤੇ ਲਾਇਆ ਬੈਰੀਕੇਡ ਤੋੜਿਆ। ਉਸ ਤੋਂ ਬਾਅਦ ਵੱਡੀ ਸੰਖਿਆ ਵਿੱਚ ਕਿਸਾਨ, ਜਿਨ੍ਹਾਂ ਵਿੱਚ ਮਹਿਲਾਵਾਂ ਤੇ ਨੌਜਵਾਨ ਸ਼ਾਮਲ ਸਨ, ਉਹ ਸਿਰਸਾ ਵੱਲ ਕੂਚ ਕੀਤੇ। ਸਿਰਸਾ ਪ੍ਰਸ਼ਾਸਨ ਵੱਲੋਂ ਥਾਂ ਤੇ ਲਾਏ ਗਏ ਨਾਕੇ ਬੈਰੀਕੇਡ, ਜਿਹੜੇ ਉਹਨਾਂ ਨੇ ਜੇਸੀਬੀ ਮਸ਼ੀਨਾਂ ਨਾਲ ਲਾਏ ਸੀ ਨਾਕੇ, ਉਹ ਕਿਸਾਨਾਂ ਨੇ ਹੱਥਾਂ ਨਾਲ ਪੁੱਟ ਕੇ ਮਿੰਟਾਂ ਵਿੱਚ ਪਾਸੇ ਕਰਕੇ ਆਪਣਾ ਰਾਹ ਬਣਾਇਆ, ਰਾਹ ਪੱਧਰਾ ਕੀਤਾ। ਰਾਹ ਪੱਧਰਾ ਕਰਨ ਤੋਂ ਬਾਅਦ ਕਿਸਾਨਾਂ ਨੇ ਆਪਦੇ ਟਰੈਕਟਰ ਟਰਾਲੀਆਂ ਦਿੱਲੀ ਵੱਲ ਕੂਚ ਕੀਤੇ। ਤੇ ਇਹਦੇ ਵਿੱਚ ਔਰਤਾਂ ਕਿੰਨੀ ਕੁ ਗਿਣਤੀ ਦੇ ਵਿੱਚ ਨੇ? जी ਥਾਂ ਤੇ ਪ੍ਰਸ਼ਾਸਨ ਵੱਲੋਂ ਨਾਕੇ ਲਾਏ ਗਏ, ਜਿਹੜੇ ਕਿਸਾਨਾਂ ਨੇ ਮਿੰਟਾਂ ਵਿੱਚ ਤੋੜੇ। ਹਰਿਆਣਾ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਵਾਸਤੇ ਥਾਂ ਤੇ ਲੰਗਰ ਲਾਏ ਗਏ, ਉਹਨਾਂ ਦਾ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਪਿੰਡਾਂ 'ਚ ਕਿਸਾਨ ਜਿਵੇਂ ਕਾਫਲਾ ਪੰਜਾਬ ਵਾਲਾ ਆਇਆ, ਹਰਿਆਣਾ ਦੇ ਕਿਸਾਨ ਉਹਨਾਂ ਦੇ ਨਾਲ ਜੁੜਦੇ ਗਏ। ਵੱਡਾ ਕਾਫਲਾ, ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਜਿਹੜੇ ਸਰਸਾ ਤੋਂ ਹੁੰਦੇ ਸਿਕੰਦਰਪੁਰ, ਮੂਰੀ ਵਾਲਾ, ਦਿੱਲੀ ਵੱਲ ਬੜੀ ਤੇਜ਼ੀ ਨਾਲ ਅੱਗੇ ਨੂੰ ਵੱਧਦੇ ਜਾ ਰਹੇ ਨੇ। ਘੱਟੋ ਘੱਟ 15-20 ਹਜ਼ਾਰ ਦਾ ਕਾਫਲਾ ਜਿਹੜਾ ਸਰਸਾ ਤੋਂ ਅੱਗੇ ਫਤਿਹਾਬਾਦ ਤੱਕ ਪਹੁੰਚਣ ਵਾਲਾ ਹੈ ਜੀ। ਇਹ ਔਰਤਾਂ ਕਿੰਨੀ ਕੁ ਗਿਣਤੀ ਚ ਨੇ? ਹੈਲੋ प्रभुदयाल जी, महिलाएं कितनी तादाद में है वहां पर? ਵੱਡੀ ਸੰਖਿਆ ਵਿੱਚ ਮਹਿਲਾਵਾਂ ਦੀ ਗਿਣਤੀ ਹੈਗੀ, ਉਹ ਕਿਸਾਨਾਂ ਦੇ ਨਾਲ ਕੰਧਾ ਮਿਲਾ ਕੇ ਚੱਲ ਰਹੀਆਂ ਨੇ। ਤੇ ਪ੍ਰਭੁਦਿਆਲ ਜੀ, ਹਜੇ ਵੀ ਪੁਲਿਸ ਵੱਲੋਂ ਉੱਥੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਜਾ ਰਹੀਆਂ ਨੇ। ਜੇਕਰ ਤੁਸੀਂ ਦੂਜੇ ਪਾਸੇ ਦੇਖੋਗੇ, ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਇਕੱਠ ਕਰਨ ਦੀ ਮੈਦਾਨ 'ਚ ਅਨੁਮਤੀ ਦੇ ਦਿੱਤੀ ਗਈ ਹੈ, ਤਾਂ ਹਜੇ ਵੀ ਉਹ ਗੱਲਾਂ ਅਥਰੂ ਗੈਸ ਦੇ ਗੋਲੇ ਸਹਿਣ ਕਰ ਰਹੇ ਨੇ ਕਿਸਾਨ ਹਜੇ। प्रभुदयाल जी, आवाज आ रही है ਤੁਹਾਨੂੰ ਸਾਡੀ? प्रभुदयाल जी, अगर आप तक हमारी आवाज पहुंच रही है तो जानना चाहेंगे कि आज ਤੁਹਾਡੀ आवाज नहीं आ रही, मैं बोल हाँ जी, हाँ जी जी जी। ਕਿਸਾਨਾਂ ਇੱਥੋਂ ਹਰਿਆਣੇ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਕਿਸਾਨਾਂ ਵਿੱਚ ਵੀ ਭਾਰੀ ਪੈਦਾ ਹੋਇਆ ਹੈ। ਹਰਿਆਣੇ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਉਹ ਪੰਜਾਬ ਦੇ ਕਿਸਾਨਾਂ ਜੱਥੇ ਵਿੱਚ ਮਿਲੇ ਨੇ, ਉਹ ਦਿੱਲੀ ਵੱਲ ਲਗਾਤਾਰ ਕੂਚ ਕਰ ਰਹੇ ਹੈਗੇ ਨੇ। ਹਰ ਪਿੰਡਾਂ ਵਿੱਚੋਂ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਪਾਰਨ ਉਹਨਾਂ ਦਾ ਸਵਾਗਤ ਵੀ ਕਰ ਰਹੇ ਨੇ। ਹਾਲਾਂਕਿ ਥਾਂ ਤੇ ਉਹਨਾਂ ਨੇ ਲੰਗਰ ਲਾਇਆ ਹੈਗਾ, ਫਰੂਟ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਚਾਹ ਦਾ ਲੰਗਰ ਜਿਹੜਾ ਹੈਗਾ ਹਰਿਆਣਾ ਦੇ ਕਿਸਾਨਾਂ ਵੱਲੋਂ ਲਾਇਆ ਜਾ ਰਿਹਾ। ਇਸ ਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਲੰਗਰ ਦੀ ਕੋਈ ਕਮੀ ਨਹੀਂ, ਸਾਡੇ ਨਾਲ ਤੁਸੀਂ ਦਿੱਲੀ ਵੱਲ ਨੂੰ ਤੁਰੋ। ਤੇ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਵੱਲ, ਹਰਿਆਣਾ ਦੇ ਕਿਸਾਨ ਵੀ ਦਿੱਲੀ ਵੱਲ ਨੂੰ ਚੱਲ ਪਏ ਹੈਗੇ ਨੇ। ਪੰਜਾਬ ਦੇ ਕਿਸਾਨ ਜਿਹੜੇ ਵੱਡੀ ਸੰਖਿਆ ਵਿੱਚ ਦਿੱਲੀ ਵੱਲ ਜਾ ਰਹੇ ਨੇ। ਕਿਸਾਨਾਂ ਵਿੱਚ ਭਾਰੀ ਜੋਸ਼। ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਦਿੱਲੀ ਤੋਂ ਪਹਿਲਾਂ ਕਿਤੇ ਵੀ ਨਹੀਂ, ਤੇ ਦਿੱਲੀ ਤੇ ਜਾ ਕੇ ਅਸੀਂ ਜਿਹੜੇ ਹੈਗੇ ਨੇ ਤਿੰਨੇ ਕਾਨੂੰਨ ਔਰ ਉਸ ਤੋਂ ਇਲਾਵਾ ਜਿਹੜਾ ਪਰਾਲੀ ਵਾਲਾ ਮਾਮਲਾ ਹੈਗਾ ਉਸ ਨੂੰ ਹੱਲ ਕਰਾ ਕੇ ਹੀ ਵਾਪਸ ਮੁੜਾਂਗੇ।
ਜੀ ਪ੍ਰਭੂਦੇਵਾਲ ਜੀ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਹਜੇ ਜਿਹੜੀ ਪੁਲਿਸ ਦੀ ਕਿਸਾਨ ਵਿਰੋਧੀ ਜਿਹੜੀ ਕਾਰਵਾਈ ਹੈ, ਜਿਹੜੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਜਿਹੜੇ ਪਾਣੀ ਦੀ ਵਿਛਾੜਾ ਕੀਤੀਆਂ ਜਾ ਰਹੀਆਂ ਨੇ, ਉਹ ਹਜੇ ਰੁਕੀਆਂ ਨੇ ਤੇ ਹਜੇ ਵੀ ਉਹ ਜਿਹੜਾ ਸਥਿਤੀ ਹੈ ਬਰਕਰਾਰ ਹੈ? ਨਹੀਂ, ਇੱਥੇ ਪਾਣੀ ਦੀ ਮੁਸ਼ਾਰਾ ਨਹੀਂ, ਇੱਥੇ ਪੁਲਿਸ ਬਿਲਕੁਲ ਜਿਹੜੀ ਹੈਗੀ ਹੈ ਉਹ ਇੱਕ ਸਾਈਡ ਤੇ ਹੋ ਗਈ ਹੈ। ਪੁਲਿਸ ਦੀ ਸੰਖਿਆ ਬਹੁਤ ਘੱਟ ਸੀ, ਕਿਸਾਨ ਵੱਡੀ ਸੰਖਿਆ ਵਿੱਚ ਸੀ। ਪੁਲਿਸ ਦੇ ਜਿਹੜੇ ਕੀਤੇ ਗਏ ਪ੍ਰਬੰਧ ਉਹ ਰੇਤ ਦੀ ਢੇਰੀ ਵਾਂਗ ਜਿਹੜੇ ਹੈਗੇ ਨੇ ਤਾਰਾਸ਼ਾਹੀ ਹੋ ਗਏ। ਜੇਸੀਬੀ ਨਾਲ ਲੱਗੇ ਹੋਏ ਕੱਲ ਦੇ ਜਿਹੜੇ ਹੈ ਪ੍ਰਸ਼ਾਸਨ ਲੱਗੇ ਹੋਇਆ ਸੀ, ਲੇਕਿਨ ਜਿਹੜੇ ਜੇਸੀਬੀ ਨਾਲ ਮਿੱਟੀ ਦੇ ਢੇਰ ਲਾਏ, ਜਿਹੜੀਆਂ ਪਾਈਪਾਂ ਚੱਕ ਕੇ ਲੈ ਗਏ, ਉਹ ਕਿਸਾਨਾਂ ਨੇ ਹੱਥਾਂ ਨਾਲ ਹੀ ਪਾਸੇ ਪੱਧਰੀਆਂ करके आपदे ट्रैक्टरों का राह बढ़ा लिया है। जी प्रभुदयाल जी, एक सवाल कि कांग्रेस के जो नेता हैं वो आज बयानबाजी कर रहे हैं, आज यहाँ पर समर्थन देने पहुंच रहे हैं। कल किसी तरह से इस तरह की जो है समर्थन नहीं देखने को मिला था हरियाणा के कांग्रेस के नेताओं से, चाहे आज वो हुड्डा हो, चाहे वो रणदीप सुरजेवाला हो, चाहे कुमारी सैलजा हो, तीनों आगे आए हैं और किसानों को समर्थन देने की बात कर रहे हैं। कल ये तीनों नेता अगर जे नेताओं की बात की जाए तो सिर्फ ट्रेड यूनियन जो है उन्होंने कल भी हड़ताल की थी। ट्रेड यूनियन किसानों के नाल कंधा मिला के उन्होंने हमायत की है। हालांकि राजनीतिक पार्टियां तो किसान जेडे हैगे ने वो दूर रह रहे ने और राजनीतिक पार्टियां किसानों के पीछे जेडी हैगे ने वो आ रही ने, वो कह रही ने कि साडा समर्थन लो, लेकिन किसान ये कह रहे हैं कि असीं तुहाडे समर्थन तो बिना ही साडी जेडी संख्या हैगी वो ज्यादा हैगी, असीं राजनीतिक पार्टियां हुण किसानों के पीछे ने। जी जी बहुत बहुत शुक्रिया आपका प्रभुदयाल जी। तो जब मुझे आपसे मेरा सवाल होगा कि जिस तरह से प्रभुदयाल बताते हैं कि किसान अपने आप में बता रहे हैं कि हम काफ़ी है अपनी लड़ाई लड़ने के लिए, राजनीतिक दलों के समर्थन की उन्हें कतई ज़रूरत नहीं है, यही वजह आप मानते हैं कि कल हरियाणा कांग्रेस से कोई आगे नहीं आया उन्हें उनके समर्थन करने के लिए, क्योंकि उन्हें पता था कि उनका जो समर्थन है वो स्वीकार्य नहीं होगा? देखो ये नहीं गल, मतलब पंजाब दे विच कांग्रेस सरकार उन्हां दी हमायत कर रही है जी। कांग्रेस दा एक विधायक राजा वड़िंग उन्हां दे नाल गया जिस नूं रतिया पुलिस ने गिरफ्तार कर लिया। वक्रे वक्रे ढंग नाल हमायत की जा रही है। अज देखो दिल्ली दे विच आम आदमी पार्टी दे जिहड़े विधायक सीगे उन्हां ने प्रधानमंत्री निवास स्थान दे उपर उधर नूं जाण दी कोशिश की, उन्हां नूं अरेस्ट कर लिया गया, जिन्हां च कलतार संधवा ते होर विधायक शामिल सीगे। ये नहीं हैगी भी जिहड़ियां राजनीतिक पार्टियां केवल बीजेपी नूं छड्ड के सारियां किसी ना किसी रूप दे विच किसानां दी हमायत कर रही ने ते पंजाब दे विच भी हमायत हो रही है। दिल्ली दे विच रणदीप सुरजेवाला ने 2-3 बारी जिहड़े ट्वीट करके वीडियो दे मैसेज दे के किसानां दी हमायत कीती है। जिस दिन शंभू बॉर्डर दे किसानां दे उपर पानी दी विछाड़ा मारियां गईयां सी, अथरू गैस दे गोले सुटे गए सीगे, लाठी चार्ज होया सीगा, उस दिन भी उन्होंने हरियाणा सरकार दी निखेधी कीती सी। इस तो पहला जदों गिरफ्तारियां शुरू कीतियां गईयां सी अज तो 3 दिन पहला, उस दिन भी उन्होंने विरोध कीता सी। उन्होंने ये भी गल कही सीगी भी अज सर छोटू राम दा जन्म दिन वो छोटू राम किसानां दे मसीह है, पर जिहड़ी सरकार है वो हट्टड़ सरकार किसानां दे विरोधी कदम चुक रही है ते ओदे नाल जिहड़ा जन नायक जनता पार्टी है जिहड़ी अपने आप को किसानों की पार्टी कहती है, सबसे बड़ा सवाल उनकी चुप करके बैठी हुई है। जी सबसे बड़ा सवाल जननायक जनता पार्टी पर ही है कि वो किसानों की हितैषी कहलाती है, लेकिन और किसानों का काफी वोट बैंक उनके पास है, लेकिन वो लगातार इस मुद्दे पर बीजेपी का साथ दे रहे हैं। एक गल जिहड़ी है ना, असी वापस दिल्ली वाल नूं चलदे हां जी। किसानां ने अज सवेरे एक लैटर प्रधानमंत्री नूं लिखिया सीगा भी देश दा किसान जिहड़ा दिल्ली वाल नूं आ रिहा, तुसीं उन्हां दी गल सुणो, उन्हां नूं जे रस्ते रोकण दे उपर जो उन्हां नूं रुकावटां पाईयां जा रहीआं, जो तशद्दद कीता जा रहा वो बंद होना चाहिए। ਉਹਦੇ जवाब ਦੇ ਵਿੱਚ केंद्र सरकार ने उन्हां नूं केंद्रीय गृह मंत्रालय ने ये जगह देने का फैसला किया जी। ये सारियां गल्लां हो रही, मतलब दूजे पासे हुण किसानां दे विच एक समस्या है। कुछ किसान चाहुंदे आ भी ਜਿਹੜੇ ਥਾਵਾਂ ਤੇ ਅਸੀਂ बैठ गए ਹੁਣ ਆਣ ਕੇ शंभू बॉर्डर ਤੇ ਇੱਥੇ बैठ जाओ, टिकरी बॉर्डर ਤੇ ਇੱਥੇ बैठ जाओ, ਜਿਹੜੇ यूपी वाले 5 रस्ते दिल्ली ਨੂੰ ਜਾਂਦੇ ਨੇ ਉਹ ਵੀ ਉੱਥੇ बैठ जाण। केंद्र सरकार जे साडी नहीं सुणूगी ਅਸੀਂ दिल्ली ਦਾ ਜਿਹੜਾ ਹੁੱਕਾ ਪਾਣੀ ਜਿਹਨੂੰ ਪੰਜਾਬੀ ਚ ਕਹਿੰਦੇ ਉਹ ਬੰਦ ਕਰਾਂਗੇ। ਹੁਣ ਇਹਦੇ ਤੇ ਸਹਿਮਤੀ ਹੁੰਦੀ ਕਿ ਨਹੀਂ ਹੁੰਦੀ, ਇਸੇ ਦੌਰਾਨ ਹੀ ਜਿਹੜਾ ਕਿਸਾਨ ਜਿਹੜੇ ਵੱਖ-ਵੱਖ ਥਾਵਾਂ ਦੇ ਉੱਪਰ क्या ये सेकंड फेज का वॉर दिख रहा है किसानों की तरफ से? ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਹੋਣੀ ਆ, ਮੀਟਿੰग होने तो बाद अगली गल का पता लगेगा। जी मुझे रोकना पड़ रहा है आपका, हमारे साथ फोन लाइन पर हमारे एक और साथी जुड़ चुके हैं जी। हाँ जी कोकरी जी
ਹੈਲੋ ਹੈਲੋ, ਹਾਂਜੀ ਕੋਕਰੀ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਤੁਸੀਂ ਸੁਣਾਓ ਜੰਮੂ ਜੀ। ਬਸ ਵਧੀਆ, ਤੁਸੀਂ ਦੱਸੋ ਕਿੱਥੇ ਪਹੁੰਚ ਗਏ ਹੋ? ਕਿਵੇਂ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ? ਅਸੀਂ ਅਜੇ ਜੀਂਦ ਚ ਹੁਣ ਐਂਟਰ ਹੋਣ ਲੱਗੇ, ਉਦੋਂ ਮੈਨੂੰ ਭੁਲੇਖਾ ਸੀ 20 ਕਿਲੋਮੀਟਰ ਸੀ ਉੱਥੋਂ, ਤਾਂ ਅੱਛਾ ਜੀ। ਤੁਰਨਾ ਪੈਂਦਾ ਹੌਲੀ ਹੌਲੀ, ਬਹੁਤ ਹੌਲੀ ਜਾਣਾ ਪੈ ਰਿਹਾ ਕਿਉਂਕਿ ਟਰਾਲੀਆਂ ਦੇ ਵਿੱਚ ਸਮਾਨ ਵਗੈਰਾ, ਬੰਦੇ ਵਗੈਰਾ ਬਹੁਤ ਹੈ। ਤੇ ਤੁਹਾਡੇ ਜਿਹੜਾ ਜਥਾ ਹੈ ਇਹਦੇ ਚ ਕਿੰਨੇ ਕੁ ਕਿਸਾਨ ਨੇ, ਕਿੰਨੀਆਂ ਕੁ ਔਰਤਾਂ ਨੇ? ਇਹਦੇ ਚ ਤਕਰੀਬਨ 5000 ਦੇ ਗਿਣਤੀ ਹੋਊ ਔਰਤਾਂ ਦੀ, ਅੱਛਾ ਜੀ। ਤੇ 20-25 ਦੇ ਨੇੜ। ਵੈਸੇ ਤਾਂ ਉੱਥੇ ਜਾ ਕੇ ਪਤਾ ਲੱਗਣਾ, ਕਿਉਂਕਿ ਮਗਰ ਬਹੁਤ ਦੇਰ ਤੱਕ ਟਰਾਲੀਆਂ ਰਲਦੀਆਂ ਰਹੀਆਂ। ਇੱਥੇ ਰੁਕ ਕੇ ਅਸੀਂ ਰਲਾਈਆਂ, ਉਹ ਅਜੇ ਵੀ ਪਿੱਛੇ ਵਿੱਥ ਰਹਿ ਗਈ ਉਹਨਾਂ ਦੀ। ਅੱਛਾ, ਨਰਵਾਣੇ ਤੋਂ ਗਾਂ ਲੰਘ ਕੇ ਜੀਂਦ ਰੋਡ ਤੇ। ਹਾਂਜੀ ਹਾਂਜੀ। ਅੱਛਾ ਇੱਕ ਦੱਸੋ ਵੀ ਕੇਂਦਰ ਤਾਂ ਗਿਣਤੀ ਕਰਕੇ ਉੱਥੇ ਪਤਾ ਲੱਗਣਾ ਵੀ ਸੋਚ ਗਿਣਤੀ ਦਾ। ਅੱਛਾ ਇੱਕ ਦੱਸਿਓ ਵੀ ਕੇਂਦਰ ਸਰਕਾਰ ਨੇ ਦਿੱਲੀ ਦੇ ਵਿੱਚ ਬਰਾੜੀ ਜਗ੍ਹਾ ਜਿਹੜੀ ਕਰਨਾਲ ਬਾਈਪਾਸ ਤੋਂ 5-6 ਕਿਲੋਮੀਟਰ ਹਟਵੀਂ ਆ, ਉਹ ਜਗ੍ਹਾ ਦੇਣ ਦਾ ਫੈਸਲਾ ਕੀਤਾ ਹੈ, ਤੇ ਇਸ ਫੈਸਲੇ ਨੂੰ ਲੈ ਕੇ ਇਸ ਤਰੀਕੇ ਦੀ ਵੀ ਗੱਲਬਾਤ ਆ ਰਹੀ ਹੈ ਵੀ ਦਿੱਲੀ ਦੇ ਬਾਰਡਰ ਰੋਕੇ ਜਾਣ ਜਾਂ ਨਾ ਰੋਕੇ ਜਾਣ। ਕੁਝ ਦਾ ਵਿਚਾਰ ਹੈ ਵੀ ਸਾਨੂੰ ਬਾਰਡਰ ਜਿੱਥੇ ਸਿੱਧੂ ਬਾਰਡਰ ਆ ਉੱਥੇ ਬੈਠ ਜਾਣਾ ਚਾਹੀਦਾ, ਟਿਕਰੀ ਬਾਰਡਰ ਉੱਥੇ ਬੈਠ ਜਾਣਾ ਚਾਹੀਦਾ, ਜਿਹੜੇ 5 ਹੋਰ ਰਸਤੇ ਉਹਨਾਂ ਤੇ ਬੈਠ ਜਾਣਾ ਚਾਹੀਦਾ। ਤੁਹਾਡਾ ਕੀ ਵਿਚਾਰ ਹੈ ਵੀ ਬਰਾੜੀ ਜਾਣਾ ਚਾਹੀਦਾ ਜਾਂ ਇਹਦੇ ਉੱਪਰ ਕੀ ਰਾਏ ਕੀ ਹੈ? ਦੇਖੋ, ਅਸੀਂ ਦਿੱਲੀ ਦੇ ਨੇੜੇ ਪਹੁੰਚ ਕੇ ਕੁਝ ਦੱਸਾਂਗੇ ਕਿਉਂਕਿ ਇਹ ਕਾਫੀ ਦੂਰ ਹੈ ਦਿੱਲੀ ਤੋਂ। ਸਾਨੂੰ ਜਿਹੜੀ ਰਿਪੋਰਟ ਮਿਲੀ ਆ, ਇਧਰੋਂ ਪਾਣੀਪਤ ਤੋਂ ਅੱਗੇ ਲੰਘਿਆ ਜਿਹੜਾ ਜੱਥਾ, ਆਪਣੇ ਪੰਜਾਬ ਕਿਸਾਨ ਸਭਾ ਵਾਲੇ ਜਿਹੜੇ ਪ੍ਰਧਾਨ ਹੈ ਭੁਪਿੰਦਰ ਸੰਭਰ, ਉਹਨਾਂ ਕੋਲੋਂ ਹਾਂਜੀ ਉਹਨਾਂ ਨੇ ਰਿਪੋਰਟ ਦਿੱਤੀ ਹੈ। ਅੱਛਾ ਜੀ। ਉਹ ਕਹਿੰਦੇ ਵੀ ਸਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਇਹਨਾਂ ਨੇ ਜਿੱਥੇ ਦਿੱਲੀ ਦਾ ਬਾਰਡਰ ਸ਼ੁਰੂ ਹੁੰਦਾ। ਉਹ ਸਿੰਧੂ ਬਾਰਡਰ ਹੈ ਜਿੱਥੇ ਗੋਲੇ ਸੁੱਟੇ, ਉੱਥੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਉੱਥੇ ਹਾਂਜੀ ਉੱਥੇ ਬਹੁਤ ਜ਼ਬਰਦਸਤ ਟਕਰਾਅ ਹੈਗਾ ਹੈ। ਹਾਂ, ਤੇ ਇੱਕ ਪਾਸੇ ਕਹੀ ਜਾਂਦੇ ਆ ਜਗ੍ਹਾ ਫਲਾਣੇ, ਉਹ ਜਗ੍ਹਾ ਫਿਰ ਦਿੱਲੀ ਤੋਂ ਬਾਹਰ ਹੈ। ਉਹ ਉੱਥੋਂ ਦਿੱਲੀ ਸ਼ੁਰੂ ਹੁੰਦੀ ਹੈ, ਜਿੱਥੋਂ ਦਿੱਲੀ ਸ਼ੁਰੂ ਹੁੰਦੀ ਹੈ। ਜਿਹੜੀ ਜਗ੍ਹਾ ਉਹਨਾਂ ਨੇ ਕਿਹਾ ਕਿ ਉਹ ਬਰਵਾਰੀ ਪਾਰਕ ਹੈ ਕਿ ਬਰਾੜੀ ਪਾਰਕ ਹੈ, ਕਿਹੜੀ ਪਾਰਕ ਹੈ? ਬਰਾੜੀ ਮੈਦਾਨ ਹੈ ਜੀ, ਬਰਾੜੀ ਪਾਰਕ ਹੈ ਜਿੱਥੇ ਜਿਹੜੇ ਨਿਰੰਕਾਰੀ ਆ ਜਿਹੜੇ ਅਕਸਰ ਆਪਣੇ ਸਮਾਗਮ ਕਰਦੇ, ਉਹ ਜਗ੍ਹਾ ਹੈ। ਅੱਛਾ, ਉਹ ਦਿੱਲੀ ਦੇ ਵਿੱਚ ਹੀ ਹੈ। ਹਾਂਜੀ ਹਾਂਜੀ ਹਾਂਜੀ। ਕਰਨਾਲ ਬਾਈਪਾਸ ਤੋਂ 5-7 ਕਿਲੋਮੀਟਰ ਹੈ। ਕਿੱਥੋਂ 5-7 ਕਿਲੋਮੀਟਰ ਹੈ? ਕਰਨਾਲ ਬਾਈਪਾਸ ਤੋਂ। ਕਰਨਾਲ ਬਾਈਪਾਸ ਤੋਂ? ਹਾਂਜੀ ਹਾਂਜੀ। ਅੱਛਾ, ਹਾਂਜੀ ਹਾਂਜੀ। 5-7 ਕਿਲੋਮੀਟਰ ਅੰਦਰ ਜਾ ਕੇ ਹੈ? ਹਾਂਜੀ ਹਾਂਜੀ ਹਾਂਜੀ। ਅੱਛਾ, ਤੇ ਇਹ ਸ਼ਾਮ ਨੂੰ ਜਗ੍ਹਾ ਹੀ ਬਹੁਤ ਥੋੜੀ ਆ, ਤਾਂ ਕਹਿੰਦੇ ਜਗ੍ਹਾ ਹੀ ਬਹੁਤ ਘੱਟ ਹੈ ਉੱਥੇ, ਤਾਂ 50,000 ਵੀ ਨਹੀਂ, ਤੇ 50,000 ਤੋਂ ਉੱਤੇ ਤਾਂ ਨਹੀਂ ਉੱਥੇ ਸਾਡਾ ਕੱਲਿਆਂ ਦਾ ਹੀ ਹੋ ਜਾਣਾ। ਨਹੀਂ ਨਹੀਂ, ਨਿਰੰਕਾਰੀਆਂ ਦੇ ਇਕੱਠ ਉੱਤੇ 3-4 ਲੱਖ ਹੁੰਦੇ ਰਹੇ, ਇਹ ਤੋਂ ਵੱਧ ਦੀ ਜਗ੍ਹਾ ਹੈਗੀ, ਇੰਨਾ ਹੋ ਜਾਏਗਾ। ਕਿੰਨੇ ਤੋਂ ਵੱਧ ਦੀ? 3-4 ਲੱਖ ਤੋਂ ਵੱਧ। 3-4 ਲੱਖ ਤੋਂ ਵੱਧ ਦੀ ਜਗ੍ਹਾ ਹੈਗੀ ਆ, ਤੇ 3-4 ਲੱਖ ਤਾਂ ਆਰਾਮ ਨਾਲ ਹੀ ਪਹੁੰਚ ਜਾਣਾ, ਕਿਉਂਕਿ 2 ਲੱਖ ਦੇ ਨੇੜੇ ਤਾਂ ਸਾਡੀ ਗਿਣਤੀ ਦੂਰ ਤੋਂ ਟੱਪ ਜਾਣੀ ਹੈ। ਅਜੇ ਤੁਸੀਂ ਫੈਸਲਾ ਕਰਨਾ ਵੀ ਬਾਰਡਰ ਘੇਰਦਾ ਜਾਂ ਉੱਥੇ ਬਰਾੜੀ ਜਾਣਾ, ਇਹ ਤੁਹਾਡੀਆਂ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਹੋਣਾ, ਮੈਨੂੰ ਜੋ ਜਾਣਕਾਰੀ ਮਿਲੀ ਹੈ। ਹਾਂ, ਕੋਈ ਗੱਲ ਨਹੀਂ, ਫਿਰ ਉਹ ਵੀ ਕਰ ਲੈਣਗੇ, ਉਦੋਂ ਤੱਕ ਫੈਸਲਾ ਉਸ ਹਿਸਾਬ ਨਾਲ ਅਸੀਂ ਵੀ ਸੋਚ ਲਾਂਗੇ। ਠੀਕ ਹੈ ਜੀ। ਤੇ ਹੋਰ ਕੋਈ ਖਾਸ ਗੱਲ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ? ਖਾਸ ਗੱਲ ਤਾਂ ਸਾਨੂੰ ਕੋਈ ਅੱਜ ਤਾਂ ਖਾਸ ਲੱਗੀ ਨਹੀਂ। ਅੱਛਾ ਅੱਛਾ। ਤੇ ਅੱਜ ਤਾਂ ਇੰਨਾ ਕੁ ਤਾਂ ਸਾਨੂੰ ਲੱਗਿਆ ਵੀ ਜਿਹੜਾ ਇੱਕ ਕਾਫੀ ਵੱਡਾ ਨਾਕਾ ਉਹਨਾਂ ਨੇ ਬਣਾਇਆ ਹੋਇਆ ਸੀਗਾ ਨਰਵਾਣਾ ਬਾਈਪਾਸ ਤੇ, ਹਾਂਜੀ ਹਾਂਜੀ, ਉਹ ਉਹਨਾਂ ਨੂੰ ਪਿੱਛੇ ਹਟਣਾ ਪੈ ਗਿਆ। ਉਹ ਪਤਾ ਨਹੀਂ ਕਿਹੜੀ ਗੱਲ ਤੋਂ ਹਟੇ, ਤਾਂ ਉਹ ਵੀ ਦੱਸ ਸਕਦੇ ਆ। ਕੌਣ ਪਿੱਛੇ ਹਟ ਗਿਆ ਉਹਦੇ ਤੋਂ? ਜਿਹੜੀ ਉੱਥੇ ਫੋਰਸ ਲਾਈ ਹੋਈ ਸੀ। ਫੋਰਸ ਦਾ ਤੁਹਾਡੇ ਵਾਲੇ ਰਸਤੇ ਤੇ ਵੀ ਲਾਈ, ਤੁਹਾਨੂੰ ਵੀ ਤਾਂ ਅਲਟੀਮੇਟਲੀ ਘੱਟੋ ਘੱਟ 400-500 ਦੀ ਗਿਣਤੀ ਸੀ, ਜਿਹਦੇ ਚ ਅੱਧੇ ਕਮਾਂਡੋ ਸੀਗੇ, ਅੱਧੀ ਪੁਲਿਸ ਸੀ ਹਰਿਆਣੇ ਦੀ। ਦੇਖੋ ਕੁਕਰੀ ਜੀ, ਅਸੀਂ ਜਿਹੜਾ ਨਾ ਪਹਿਲਾਂ ਕਿਹਾ ਸੀ ਵੀ ਜਿਹੜਾ ਇਕੱਠ ਹੈ ਉਹ 2 ਲੱਖ ਤੋਂ ਵੱਧ ਹੋਏਗਾ, ਤੇ ਹਰਿਆਣਾ ਪੁਲਿਸ ਹੈਗੀ ਟੋਟਲ 40,000, ਤੇ ਜਿਹੜਾ ਸ਼ੰਭੂ ਬਾਰਡਰ ਤੇ ਸੀ ਉਹ 300-400 ਸੀਗੀ, ਤੇ ਬਾਕੀ ਥਾਵਾਂ ਤੇ ਵੀ ਇਸੇ ਰੇਸ਼ੋ ਦੇ ਵਿੱਚ ਸੀਗੀ। ਤੇ ਇਹਨਾਂ ਕਿਸਾਨਾਂ ਨੂੰ ਰੋਕਿਆ ਨਹੀਂ ਜਾ ਸਕੇਗਾ, ਭਾਵੇਂ ਅਥਰੂ ਗੈਸ ਦੇ ਗੋਲੇ ਸੁੱਟ ਲਿਓ, ਭਾਵੇਂ ਪਾਣੀ ਦੀਆਂ ਵਿਛਾੜਾਂ ਮਾਰ ਲਿਓ, ਭਾਵੇਂ ਲਾਠੀ ਚਾਰਜ ਕਰ ਲਿਓ, ਜਾਂ ਕੋਈ ਹੋਰ ਢੰਗ ਤਰੀਕਾ ਵਰਤ ਲਿਓ। ਕਿਸਾਨਾਂ ਦਾ ਇੰਨਾ ਹੜ੍ਹ ਹੋਏਗਾ ਕਿ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਏਗਾ।
ਅਸੀਂ ਇਸ ਮਾਮਲੇ ਤੇ ਬੜਾ ਪਹਿਲਾਂ ਤੋਂ ਹੀ ਕਲੀਅਰ ਸੀਗੇ, ਸਪਸ਼ਟ ਸੀਗੇ ਤੇ ਹਰਿयाणा सरकार ਨੂੰ ਇਹਦੇ ਤੋਂ ਸਪਸ਼ਟ होना चाहिए ਸੀगा। जी कुकरी जी, एक सवाल मेरा आपसे ये है कि क्या आप जब चले थे इस आंदोलन के लिए, दिल्ली मार्च के लिए, कुकरी जी आपसे मेरा सवाल है कि क्या जब आपने ये सोचा था, जब आप दिल्ली चलो के लिए निकले थे घर से, तो क्या सोचा था तक और कोई नहीं नाका आया अजे तक? जी कुकरी जी, अगर आप तक मेरी आवाज पहुंच रही है तो आपसे ਉੱਥੇ जानना ਵੀ ਪੁਲਿਸ ਹੈ ਨਹੀਂ ਸੀ, ਜਿਹੜਾ ਉਹ 7 ਕਿਲੋਮੀਟਰ ਅੱਗੇ ਆ ਕੇ ਖਨੌਰੀ ਤੋਂ ਕੱਲੇ ਮਿੱਟੀ ਦੇ ਢੇਰ ਸੀਗੇ, ਉਹ ਅਸੀਂ ਪੱਧਰ ਕਰਕੇ ਆਰਾਮ ਨਾਲ ਲੰਘੇ। अच्छा कुकरी जी मेरी हेलो मेरी कुलीग नेहा जी, वो तेनों एक सवाल करना चाहती है, ਉਹਨਾਂ ਦਾ ਸਵਾਲ ਸੁਣੋ ਪਹਿਲਾਂ। जी कुकरी जी, अच्छा जी। आप तक अगर मेरी आवाज पहुंच रही है साफ साफ, तो मेरा सवाल आपसे ये है कि जब आप कल घर से निकले थे तो क्या आपने सोचा था कि पुलिस का रवैया किसानों के साथ, आपके भाई बंधुओं के साथ इतना क्रूरता भरा होगा कि सर्दियों में भी पानी की बौछारें छोड़ी जाएंगी, आंसू गैस के गोले छोड़े जाएंगे? ਮੈਡਮ ਤੁਹਾਡੀ ਗੱਲ ਸਮਝ ਨਹੀਂ ਆ ਰਹੀ, ਕਿਉਂਕਿ ਅਸੀਂ ਕਾਫਲੇ ਦੇ ਵਿੱਚੇ ਸਪੀਕਰ ਵੱਜੀ ਜਾਂਦੇ ਆ, ਵਿੱਚੇ ਨਾਰੇ ਲੱਗੀ ਜਾਂਦੇ ਆ, ਪੂਰੀ ਸਾਫ਼ ਨਹੀਂ ਸੁਣ ਰਹੀ। ਮੈਂ ਤੁਹਾਨੂੰ ਇਹ ਸਵਾਲ ਕਰਦਾ, ਇਹ ਪੁੱਛਣਾ ਚਾਹੁੰਦੇ ਆ ਵੀ ਜਦੋਂ ਤੁਸੀਂ ਮੋਰਚੇ ਦੀ ਇੱਧਰ ਅੱਗੇ ਆਏ ਸੀਗੇ, ਤੁਸੀਂ ਸੋਚਿਆ ਸੀ ਵੀ ਹਰਿਆਣਾ ਪੁਲਿਸ ਅਥਰੂ ਗੈਸ ਦੇ ਗੋਲੇ ਸੁੱਟੇਗੀ, ਪਾਣੀ ਦੀਆਂ ਬਛਾੜਾ ਮਾਰੇਗੀ, ਲਾਠੀ ਚਾਰਜ ਕਰੇਗੀ, ਇਹਨਾਂ ਗੱਲਾਂ ਬਾਰੇ ਸੋਚਿਆ ਸੀ ਤੁਸੀਂ? ਜਦੋਂ ਕਿੱਥੇ ਆਏ ਸੀ? ਅੰਦੋਲਨ ਸ਼ੁਰੂ ਕਰਨ ਲੱਗੇ ਸੀ, ਦਿੱਲੀ ਵੱਲ ਨੂੰ ਕੂਚ ਕਰਨਾ ਸੀਗਾ ਪਰਸੋਂ, ਤੁਸੀਂ ਕੱਲ? ਅੱਛਾ ਹਾਂ ਦਿੱਲੀ ਵੱਲ ਨੂੰ ਕੂਚ ਕਰਨ ਵੇਲੇ ਕੱਲ ਦੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ? ਹਾਂਜੀ ਹਾਂਜੀ ਹਾਂ, ਕੱਲ ਤਾਂ ਜੋ ਪਹਿਲਾਂ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਸੀ, 400 ਜਥੇਬੰਦੀਆਂ ਦਾ, 500 ਜਿੰਨਾ ਵੀ ਇੱਥੇ ਮੀਟਿੰਗ ਹੋਈ ਸੀ ਦਿੱਲੀ 'ਚ, ਜਦੋਂ ਇਹ ਪ੍ਰੋਗਰਾਮ ਲਿਖਿਆ ਅਸੀਂ ਵੀ ਦਰਸ਼ਕ ਤੌਰ ਤੇ ਉਹਦੇ 'ਚ ਸ਼ਾਮਲ ਸੀਗੇ। ਉਸ ਤੋਂ ਬਾਅਦ 'ਚ ਬਕਾਇਦਾ ਅਖਬਾਰਾਂ 'ਚ ਵੀ ਬਿਆਨ ਲੱਗੇ ਆ ਵੀ ਆਪਾਂ ਨੂੰ ਜਿੱਥੇ ਰੋਕਣਗੇ ਉੱਥੇ ਬਹਿ ਜਾਣਾ, ਆਪਾਂ ਨਾਕੇ ਨਹੀਂ ਤੋੜਨੇ ਜੀ, ਠੀਕ, ਵੀ ਟਕਰਾ ਨਹੀਂ ਲੈਣਾ ਸਰਕਾਰ ਦੇ ਨਾਲ, ਹਿੰਸਾ ਦਾ ਬਹਾਨਾ ਨਹੀਂ ਦੇਣਾ ਸਰਕਾਰ ਨੂੰ। ਠੀਕ ਹੈ, ਪਰ ਹੋਇਆ ਇਹ ਵੀ ਕੁਝ ਲੋਕਾਂ ਨੇ ਜਿਹੜੇ ਜਥੇਬੰਦੀਆਂ ਨਾਲ ਸੰਬੰਧਿਤ ਹੈ ਨਹੀਂ ਸੀ ਜੀ, ਉਹਨਾਂ ਨੇ ਨਾਕੇ ਨੂੰ ਪਹਿਲਾਂ ਹੀ ਤੋੜਤੇ ਤੇ ਸਰਕਾਰ ਪੁਲਿਸ ਚੁੱਪ ਕਰਕੇ ਪਾਸੇ ਹਟ ਗਈ। ਇਸ ਕਰਕੇ ਜਿਹੜੀਆਂ ਜਥੇਬੰਦੀਆਂ ਉੱਥੋਂ ਲੰਘਦੀਆਂ ਸੀਗੀਆਂ ਬੈਠੀਆਂ, ਜਦੋਂ ਵੇਖਿਆ ਵੀ ਸੜਕ ਖਾਲੀ ਆ, ਉਹ ਆ ਗਈਆਂ। ਸਾਡੇ ਵਾਲੀ ਸੜਕ ਤੇ ਇਸ ਤਰ੍ਹਾਂ ਕੋਈ ਨਾਕਾ ਨੁਕਾ ਨਹੀਂ ਤੋੜਿਆ। ਜੇ ਕੋਈ 100-200 ਮੁੰਡਾ 20 ਕੇ ਪਹਿਲਾਂ, ਕਿਉਂਕਿ ਉਹ ਜਿਹੜੇ ਲੱਖਾ ਸਿਧਾਣੇ ਵਰਗੇ ਜਾਂ ਹੋਰ ਸੀਗੇ, ਉਹਨਾਂ ਨੇ ਭੜਕਾਇਆ ਸੀ ਪਰ ਉਹ ਨਾਕਾ ਤੋੜ ਕੇ ਵਾਪਸ ਮੁੜ ਆਏ ਸੀ। ਅੱਛਾ, ਗਾਂ ਨਹੀਂ ਲੰਘੇ। ਜਿਹੜਾ 100-200 ਮੁੰਡਾ ਸੀਗਾ ਉਹਨਾਂ ਦੇ ਨਾਲ ਗਾਂ ਨਹੀਂ ਲੰਘ ਸਕੇ। ਇਸ ਕਰਕੇ ਅਸੀਂ ਤਾਂ ਉਹ ਪਾਬੰਦ ਰਹਿੰਦੇ, ਉਹਦੇ ਜਿਹੜਾ ਸਾਂਝਾ ਫੈਸਲਾ ਹੋਇਆ ਸੀ ਵੀ ਨਾਕਾ ਨਹੀਂ ਤੋੜਨਾ, ਉਹਦੇ ਪਾਬੰਦ ਰਹੇ। ਤੇ ਕੁਝ ਜਥੇਬੰਦੀਆਂ ਜਿਹੜੀਆਂ, ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ, ਚੰਗਾ ਹੀ ਕਹਿੰਦੇ ਆ ਵੀ ਜੇ ਨਾਕੇ ਤੋੜ ਕੇ ਲੰਘ ਗਿਆ। ਪਰ ਅਸੀਂ ਤਾਂ ਅੱਜ ਸਿਰਫ ਇੱਕ ਜਗ੍ਹਾ ਉਹ ਕਹਿ ਸਕਦੇ ਆ ਵੀ ਮਿੱਟੀ ਦੇ ਤੇ ਪੱਥਰਾਂ ਦੇ ਨਾਕੇ ਲਾਏ ਹੋਏ ਸੀ, ਪੁਲਿਸ ਉੱਥੇ ਵੀ ਹੈ ਨਹੀਂ ਸੀ, सिर्फ वही नाका असी पासे किया कि उदू गां अजे तक जींद असी पहुंच गए हैं, कोई नाका नहीं रास्ते दे विच। बहुत बहुत शुक्रिया आपका कुकरी जी हमसे बातचीत करने के लिए। तो जम्मू जी, लग रहा है कि नाके पहले ही खुल चुके हैं, बैरियर सारे पहले तोड़े जा चुके हैं, इसीलिए जो कुकरी जी है उनको आते वक्त नाके नहीं मिले और वो आराम से दिल्ली की तरफ कूच कर रहे हैं। देखो नाके सीगे, इन्हां नूं एक नाका ही तोड़ना पिया जी। ਇੱਕ ਡੱਬ ਵਾਲੀ ਦੇ ਵਿੱਚ ਨਾਕਾ ਜਿਹੜਾ ਦੂਜਾ ਸੀਗਾ, ਉਹ ਕੱਲ ਸ਼ਾਮੀ ਜਿਹੜਾ ਨਾ ਇਹਨਾਂ ਦੇ ਨਾਲ ਦੇ ਜਿਹੜੇ ਜੂਸ ਸੀਗੇ, ਨੌਜਵਾਨ ਸੀ, ਉਹਨਾਂ ਤੋੜਤਾ ਸੀਗਾ। ਇੱਕ ਨਾਕਾ ਹੋਰ ਸੀਗਾ, ਉਹ ਵੀ ਤੋੜ ਦਿੱਤਾ ਗਿਆ। ਮਤਲਬ ਇਹ ਤਿੰਨ ਨਾਕੇ ਜਿਹੜੇ ਆ ਇਹ ਇੱਕ ਰਸਤੇ ਤੇ ਸੀਗੇ, ਉਹ ਤੋੜ ਤੇ ਅੱਗੇ ਹੁਣ ਕੋਈ ਨਾਕਾ ਨਹੀਂਗਾ। ਹੁਣ ਜਿਹੜਾ ਕਿਉਂਕਿ ਜਿਹੜਾ ਨਵਾਂ ਫੈਸਲਾ ਆ ਗਿਆ, ਮੇਰਾ ਖਿਆਲ ਹਰਿਆਣਾ ਸਰਕਾਰ ਦੇ ਕੋਲ ਵੀ ਉਹ ਫੈਸਲਾ ਆਇਆ ਹੋਏਗਾ ਕਿ ਕੇਂਦਰ ਨੇ ਜਿਹੜਾ ਉਹਨਾਂ ਨੂੰ ਬਰਾੜੀ ਦੇ ਵਿੱਚ ਜਗ੍ਹਾ ਦੇ ਦਿੱਤੀ ਹੈ। ਇਸ ਕਰਕੇ ਹਰਿਆਣਾ ਪੁਲਿਸ ਨੇ ਆਪਣੀ ਜ਼ੋਰ ਜਮਾਈ ਕਰ ਲਈ ਹੈ ਤੇ ਜਿੱਥੇ 25-30 ਹਜ਼ਾਰ ਦਾ ਇਕੱਠ ਇਹਨਾਂ ਨੇ ਨਾਲ ਜਾ ਰਿਹਾ, ਉਹਨਾਂ ਦੇ ਅੱਗੇ ਜਿਹੜੀ 400-500 ਦੀ ਪੁਲਿਸ ਆ ਉਹ ਕੀ ਕਰੇਗੀ? ਉਹ ਅਥਰੂ ਗੈਸ ਵੀ ਉਹਨਾਂ ਚਲਾ ਕੇ ਦੇਖ ਰਹੀ, ਪਾਣੀ ਦੀਆਂ ਵਿਛਾੜਾਂ ਵੀ ਹੋਰ ਥਾਵਾਂ ਤੇ ਮਾਰ ਕੇ ਦੇਖ ਲੀਆਂ, ਤੇ ਉਹ ਤੋਂ ਅੱਗੇ ਇੱਕੋ ਇੱਕ ਆਪਸ਼ਨ ਰਹਿ ਜਾਂਦੀ ਗੋਲੀ ਦੀ। ਮਤਲਬ ਇਹ ਜੇ ਇਹੋ ਜਿਹਾ ਵੀ ਇਹਨਾਂ ਨੇ ਕੰਮ ਕੀਤਾ ਤਾਂ ਇਹਦਾ ਬਹੁਤ ਹੀ ਮਾੜਾ ਅਸਰ ਹੋਣਾ ਸੀਗਾ। ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ, ਕੱਲ ਵੀ ਅਸੀਂ ਡਿਸਕਸ ਕੀਤਾ ਸੀਗਾ,
ਮਤਲਬ ਜਦੋਂ ਹਰਿਆਣਾ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਸੀਗੀ, ਕੰਡੀਲਾ ਦੇ ਵਿੱਚ ਕਿਸਾਨਾਂ ਨੇ ਮੋਰਚਾ ਲਾਇਆ ਸੀਗਾ ਜੀਂਦ ਜ਼ਿਲ੍ਹੇ ਦੇ ਵਿੱਚ, ਉਦੋਂ ਗੋਲੀ ਚਲਾਈ ਸੀ, ਉਸ ਗੋਲੀ ਦੇ ਵਿੱਚ 7 ਕਿਸਾਨ ਸ਼ਹੀਦ ਹੋ ਗਏ ਸੀਗੇ ਜੀ। ਤੇ ਉਹ ਤੋਂ ਬਾਅਦ ਚੋਣਾਂ ਹੋਈਆਂ ਸੀ ਕੁਝ ਸਮੇਂ ਬਾਅਦ। ਹਰਿਆਣਾ ਦੇ ਲੋਕਾਂ ਨੇ ਜਿਹੜੀ ਕਿਸਾਨਾਂ ਦੀ ਕਹੀ ਜਾਂਦੀ ਸਰਕਾਰ ਆ ਉਹਨੂੰ ਮੁੜ ਕੇ ਸੱਤਾ 'ਚ ਨਹੀਂ ਆਉਣ ਦਿੱਤਾ। ਉਹਨਾਂ ਦੇ 90 ਚੋਂ 9 MLA ਹੀ ਜਿੱਤ ਸਕੇ ਸੀਗੇ ਤੇ ਹੁੱਡੇ ਦੀ ਜਿਹੜੀ ਆ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਬਣ ਗਈ ਸੀ। ਇਸ ਕਰਕੇ ਹਰਿਆਣਾ ਸਰਕਾਰ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਜੇ ਗੋਲੀ ਚੱਲ ਗਈ ਤੇ ਉਹਨਾਂ ਲਈ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਏਗਾ। ਬਿਲकुल ठीक कह रहे हैं, ਕਿਸੇ ਪਾਸੇ मूवमेंट करना औखा हो जाएगा। इस वक्त जी रोकना चाहूंगी, इस वक्त फोन लाइन पर मौजूद है मनजीत सिंह जीके जी, अगर आप तक मेरी आवाज पहुंच पा रही है तो लगता है अभी उनसे संपर्क नहीं हो सका है। बातचीत आगे बढ़ाते हैं। जी अविनाश जी, आप कल खुद शंभू बैरियर पर पहुंचे थे और आज भी फिर से वहां पर तनाव की स्थिति बनी हुई है। क्या कहते हैं कि पुलिस का जो व्यवहार है वैसा का वैसा ही बना हुआ है जैसा कल था, हालांकि परमिशन मिल गई है किसानों को दिल्ली में वहां पर इकट्ठा होने की। फिर नेहा जी देखिए, जे हजे ਦੀ ਗੱਲ ਕਰ ਰਹੀ ਹੈ ਹੁਣ ਕੇਂਦਰ ਸਰਕਾਰ ਵੱਲੋਂ ਜਿਹੜਾ ਹੁਣ ਨਵਾਂ ਫੈਸਲਾ ਕੀਤਾ ਗਿਆ ਕਿ ਉਹਨਾਂ ਨੂੰ ਬਰਾੜੀ ਮੈਦਾਨ 'ਚ ਜਗ੍ਹਾ ਦੇਤੀ ਹੈ, ਉਸ ਤੋਂ ਬਾਅਦ ਭਾਵੇਂ ਜਿਹੜੀ ਇਹ ਪੁਲਿਸ ਕਾਰਵਾਈ ਥੋੜੀ ਢਿੱਲੀ ਪੈ ਜੇ, ਲੇਕਿਨ ਹਜੇ ਤੱਕ ਜਿਵੇਂ ਅਸੀਂ ਕੱਲ ਮੈਂ ਮੌਕੇ ਤੇ ਮੌਜੂਦ ਸਨ ਤੇ ਅਸੀਂ ਉਹ ਸਾਰੀ ਟੀਮ ਨਾਲ ਮੌਕੇ ਤੇ ਮੌਜੂਦ ਸੀ ਤੇ ਉੱਥੇ ਪੁਲਿਸ ਦੀ ਕਾਰਵਾਈ ਬਿਲਕੁਲ ਇਦਾਂ ਦੀ ਲੱਗ ਰਹੀ ਸੀ ਜਿਵੇਂ ਇਹ ਕਿਸਾਨ ਨਹੀਂ, ਇਹ ਪੰਜਾਬ ਦੇ ਆਪਣੇ ਕਿਸਾਨ ਨਹੀਂ, ਇਹ ਕੋਈ ਹੋਰ ਹੀ ਘੁਸਪੈਠੀ ਇਹ ਦੇਸ਼ 'ਚ ਵੜ ਗਏ ਨੇ। ਉਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ, ਉਹਨਾਂ ਨੂੰ ਧੱਕਾ ਮੁੱਕੀ ਹੋਈ, ਹੱਥੋਂ ਪਾਈ ਹੋਈ, ਉੱਥੋਂ ਪਾਣੀ ਦੀ ਵਿਛਾੜਾਂ ਕੀਤੀਆਂ, ਕਈ ਹਤਾਹਤ ਵੀ ਹੋਏ ਕਿਸਾਨ ਮਾਮੂਲੀ, ਤੇ ਹੋਰ ਜਿਹੜੇ ਉਹਨਾਂ ਦੇ ਨਾਲ ਸੀਗੇ ਉਹ ਆਪਣੇ ਸਾਥੀਆਂ ਨੂੰ ਗੱਡੀਆਂ 'ਚ ਪਾ ਕੇ ਅੱਗੇ ਤੁਰ ਗਏ। ਭਾਰੀ ਤਾਦਾਦ ਦੇ ਵਿੱਚ ਕੱਲ ਵੀ ਕਿਸਾਨ ਜਿਹੜੇ ਸ਼ੰਭੂ ਬੈਰੀਅਰ ਤੇ ਪੁੱਜੇ ਸਨ ਤੇ ਉਹ ਉੱਥੇ ਪੁਲਿਸ ਦੀ ਕੋਈ ਜੁਗਤ ਨਹੀਂ ਕੰਮ ਆਈ। ਪੁਲਿਸ ਦੇ ਸਾਰੇ ਇੰਤਜ਼ਾਮ ਜਿਹੜੇ ਉੱਥੇ ਲੱਗੇ ਸੀ ਉਹ ਖਿਡੌਣੇ ਵਾਂਗ ਖਿੰਡਦੇ ਨਜ਼ਰ ਆਏ। ਕਿਸਾਨ ਭਾਰੀ ਤਾਦਾਦ ਦੇ ਵਿੱਚ ਸੀਗਾ ਤੇ ਇੱਕੋ ਨਾਰੇ ਨਾਲ ਉਹ ਚੱਲ ਰਿਹਾ ਸੀਗਾ ਕਿ ਅਸੀਂ ਦਿੱਲੀ ਕੂਚ ਕਰਾਂਗੇ, ਦਿੱਲੀ ਚਲੋ। ਤੇ ਇਹ ਪੁਲਿਸ ਨੂੰ ਸਮਝਣਾ ਚਾਹੀਦਾ ਹੈ, ਰਾਜ ਸਰਕਾਰ ਕੇਂਦਰ ਸਰਕਾਰ ਨੂੰ ਅੱਜ ਸਵੇਰੇ ਤੋਂ ਲੈ ਕੇ ਹੁਣੇ 1 ਘੰਟੇ ਪਹਿਲਾਂ ਤੱਕ ਜਿਹੜੀ ਹੈ ਸ਼ੰਭੂ ਬੈਰੀਅਰ ਤੇ ਕੱਲ ਵਾਲੀ ਸਥਿਤੀ ਦੇਖਣ ਨੂੰ ਮਿਲ ਰਹੀ ਸੀ। ਉੱਥੇ ਫੇਰ ਦੁਬਾਰਾ ਧੱਕਾ ਕੀਤਾ ਗਿਆ ਕਿਸਾਨਾਂ ਨਾਲ, ਕਿਸਾਨ ਜਥੇਬੰਦੀਆਂ ਨਾਲ, ਉਹਨਾਂ ਦੇ ਆਗੂਆਂ ਨਾਲ, ਉਹਨਾਂ ਨੂੰ ਪਿੱਛੇ ਹਟਾਉਣ ਬਾਰੇ ਕੀਤਾ ਗਿਆ। ਲੇਕਿਨ ਜਿਹੜੀ ਕਿਸਾਨਾਂ ਦੀ ਤਾਦਾਦ ਸੀ ਉਹ ਇੰਨੀ ਵੱਧ ਸੀ ਕਿ ਉੱਥੇ ਜਿਵੇਂ ਕੱਲ ਜਿਹੜੀ ਬੈਕਫੁੱਟ ਤੇ ਆਣਾ ਪਿਆ ਸੀਗਾ ਪੁਲਿਸ ਨੂੰ, ਤੇ ਅੱਜ ਵੀ ਉਹੀ ਕੰਮ ਰਿਹਾ। ਅੱਜ ਲਗਾਤਾਰ ਜਿਹੜੇ ਕਿਸਾਨ ਸ਼ੰਭੂ ਬੈਰੀਅਰ ਤੋਂ ਅੱਗੇ ਵੱਧਦੇ ਰਹੇ ਤੇ ਉਹਨਾਂ ਦਾ ਇੱਕੋ ਨਾਰਾ ਸੀਗਾ, ਅਸੀਂ ਹੱਕ ਲੈ ਕੇ ਰਵਾਂਗੇ, ਅਸੀਂ ਦਿੱਲੀ ਪੁੱਜ ਕੇ ਰਵਾਂਗੇ। ਤੇ ਕੇਂਦਰ ਸਰਕਾਰ ਨੇ ਜਿਹੜੇ 3 ਖੇਤੀ ਕਾਨੂੰਨ, ਜਿਹੜੇ ਕਾਲੇ ਕਾਨੂੰਨ ਕਹੇ ਜਾ ਰਹੇ ਨੇ ਕਿਸਾਨਾਂ ਵੱਲੋਂ, ਉਹ ਵਾਪਸ ਲੈਣੇ ਹੋਣਗੇ। ਜੇ ਉਹ ਨਹੀਂ ਲੈਂਦੇ ਤਾਂ ਉਹਨਾਂ ਦਾ ਜਿਹੜਾ ਇਹ ਸੰਘਰਸ਼ ਹੈ ਉਹ ਪਹਿਲਾਂ ਹੀ ਦੱਸ ਚੁੱਕੇ ਨੇ, ਉਹ ਹਜੇ रुकने वाला नहीं गा। जी जम्मू जी ऑर्गेनाइज लग रहा है, जो किसान है वो काफी एक ऑर्गेनाइज तरीके से अपना विरोध जता रहे, संग्राम कह ले या आंदोलन कह ले। किसानों को ऐसा लग रहा है कि एक हुजूम जो है वो रास्ते में जो बाधाएं हैं उसको तोड़ता हुआ आगे चलता जा रहा है और पीछे से हजारों की तादाद में, सैकड़ों की तादाद में जगह जगह से जो किसान हैं वो उनको फॉलो कर रहे हैं, दिल्ली पहुंच रहे हैं। क्या ये इस तरह की स्थिति दिखा रही है? देखो, एक गल ਤਾਂ ਸਾਨੂੰ ਹੁਣ ਜਦੋਂ ਪ੍ਰਭੂ ਦਿਆਲ ਹੋਣੀ ਸਾਡੇ ਨਾਲ ਜੁੜੇ ਸੀ ਸਿਰਸਾ ਤੋਂ, ਉਹਨਾਂ ਕਿਹਾ ਵੀ ਜਿਹੜੇ ਹਰਿਆਣਾ ਦੇ ਕਿਸਾਨ ਆ ਉਹ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕਰ ਰਹੇ ਆ, ਥਾਂ ਥਾਂ ਦੇ ਉੱਪਰ ਚਾਹ ਦੇ ਲੰਗਰ ਲਾਏ ਹੋਏ ਆ, ਖਾਣੇ ਦੇ ਲੰਗਰ ਲਾਏ ਹੋਏ, ਫਲ ਦੇ ਰਹੇ ਆ ਤੇ ਨਾਲ ਹੀ ਉਹ ਕਿਸਾਨਾਂ ਦੇ ਨਾਲ ਅੱਗੇ ਉਹਨਾਂ ਦੇ ਇਕੱਠਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨਾਲ ਵੀ ਜਾ ਰਹੇ ਆ, ਜਦੋਂ ਕਿ ਕੁਝ ਕਿਸਾਨ ਪਹਿਲਾਂ ਵੀ ਜਾ ਚੁੱਕੇ ਆ। ਇਹਦਾ ਮਤਲਬ ਹਰਿਆਣਾ ਦੇ ਇਹ ਇਕੱਲਾ ਪੰਜਾਬ ਦਾ ਨਹੀਂਗਾ, ਹਰਿਆਣਾ ਦੇ ਕਿਸਾਨ ਵੀ ਇਕੁਅਲੀ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ, ਹਿੱਸੇਦਾਰੀ ਲੈ ਰਹੇ ਆ, ਸ਼ਾਮਲ ਹੋ ਰਹੇ ਆ 100%। ਹਾਂਜੀ, ਇਹ ਹੁਣ ਜਦੋਂ ਅੱਜ ਇਹ ਹੋਇਆ ਵੀ 6 ਸੂਬਿਆਂ ਦੇ ਕਿਸਾਨ ਆ ਰਹੇ ਦਿੱਲੀ ਦੇ ਵਿੱਚ, ਹੋ ਸਕਦਾ ਉਹ ਘੱਟ ਆਉਣ, ਮਤਲਬ ਇਹ ਪੋਸੀਬਿਲਿਟੀ ਹੈ। ਤੇ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਤੋਂ ਜਿਹੜਾ ਇਸ ਮਾਮਲੇ ਦੇ ਵਿੱਚ ਡੇ 1 ਤੋਂ ਜਦੋਂ ਆਰਡੀਨੈਂਸ ਆਉਣ ਦੀ ਚਰਚਾ ਹੋਈ ਸੀ ਉਦੋਂ ਉਹਨਾਂ ਨੇ ਥੋੜੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਜਦੋਂ ਆਰਡੀਨੈਂਸ ਆ ਗਏ ਤਾਂ ਪੰਜਾਬ ਦੇ ਕਿਸਾਨਾਂ ਨੇ ਕੋਰੋਨਾ ਮਹਾਮਾਰੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕੀਤੇ ਸੀਗੇ। ਬਿਲਕੁਲ ਸੜਕਾਂ ਦੇ ਉੱਪਰ ਨਿਕਲੇ ਸੀ, ਟਰੈਕਟਰਾਂ ਦੇ ਉੱਪਰ ਆਏ ਸੀਗੇ। ਤੇ ਉਹਨਾਂ ਨੂੰ ਮੈਂ ਇੱਥੇ ਸਾਡੇ ਵੀ ਆਉਂਦੇ ਰਹੇ ਕਿਸਾਨ ਆਗੂ ਜਿਨ੍ਹਾਂ ਨਾਲ ਇੰਟਰਵਿਊ ਅਸੀਂ ਕਰਦੇ ਰਹੇ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਕੋਰੋਨਾ ਤੋਂ ਡਰ ਨਹੀਂ ਲੱਗਦਾ? ਕੋਰੋਨਾ ਨਾਲ ਜਿਹੜੀ ਹਾਲਤ ਹੈ ਉਹ ਕਹਿੰਦੇ ਵੀ ਪਤਾ ਨਹੀਂ ਕੋਰੋਨਾ ਨਾਲ ਮਰਨਾ ਜਾਂ ਨਹੀਂ ਮਰਨਾ, ਪਰ ਕੇਂਦਰ ਸਰਕਾਰ ਜ਼ਰੂਰ ਸਾਨੂੰ ਮਾਰ ਦੇਗੀ। ਅਸੀਂ ਚਾਹੁੰਦੇ ਕਿ ਜੇ ਅਸੀਂ ਮਰਨਾ ਹੈ ਤਾਂ ਅਸੀਂ ਲੜਦੇ ਹੋਏ ਮਰੀਏ। ਇਹ ਉਹਨਾਂ 'ਚ ਭਾਵਨਾ, ਇਹ ਭਾਵਨਾ ਅਸੀਂ ਅੱਜ ਤੱਕ ਵੀ ਦੇਖਦੇ ਹਾਂ। ਮਤਲਬ ਤੁਸੀਂ ਦੇਖੋ 63 ਦਿਨ ਅੰਦੋਲਨ, ਅੱਜ 64ਵਾਂ ਦਿਨ ਹੈ ਜੀ। ਇੰਨੇ ਅੰਦੋਲਨ ਦੇ ਵਿੱਚ ਇੱਕ ਵੀ ਕੋਈ ਹਾਦਸਾ ਨਹੀਂ ਹੋਇਆ, ਇੱਕ ਥਾਂ ਦੇ ਵੀ ਉੱਪਰ ਉਹਨਾਂ ਕੋਈ ਗੱਲ ਨਹੀਂ ਕੀਤੀ।
ਜੇ ਕਿਤੇ ਮਾੜੀ ਮੋਟੀ ਹੁਣ ਹੋਈ ਹੈ ਤਾਂ ਇਹ ਇਸ ਕਰਕੇ ਹੋਈ ਕਿਉਂਕਿ ਉਹਨਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਅਥਰੂ ਗੈਸ ਦਾ ਸਾਹਮਣਾ ਕਰਨਾ ਪਿਆ, ਪਾਣੀ ਦੀਆਂ ਵਿਛਾੜਾਂ ਦਾ ਕਰਨਾ ਪਿਆ, ਫਿਰ ਵੀ ਕਿਸਾਨ ਪ੍ਰਵੋਕ ਨਹੀਂ ਹੋਏ, ਫਿਰ ਵੀ ਕਿਸਾਨ ਉਤੇਜਿਤ ਨਹੀਂ ਹੋਏ, ਫਿਰ ਵੀ ਉਹਨਾਂ ਨੇ ਹਿੰਸਾ ਤੇ ਨਹੀਂ ਉਤਰੇ। ਸ਼ਾਂਤ ਏਡਾ ਅੰਦੋਲਨ ਜਿਹੜਾ ਜਿਹਦੇ ਚ ਲੋਕ ਆਪ ਮੁਹਾਰੇ ਸ਼ਾਮਲ ਹੋ ਰਹੇ ਹੋਣ, ਉਹਨੂੰ ਇੰਨਾ ਸ਼ਾਂਤ ਰੱਖਣਾ ਜਿਹੜਾ ਇਹ ਇੱਕ ਬਹੁਤ ਵੱਡੀ ਗੱਲ ਹੋਈ ਹੈ। ਮਤਲਬ ਅਸੀਂ ਇਹ ਆਪਣੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਅੰਦੋਲਨ ਪਹਿਲਾਂ ਕਦੇ ਨਹੀਂ ਦੇਖਿਆ। ਇੰਨੇ ਦਿਨਾਂ ਦਾ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੋਵੇ ਤੇ ਲੋਕ ਆਪ ਮੁਹਾਰੇ ਜਾ ਰਹੇ ਹੋਣ, ਤੇ ਕਿਉਂਕਿ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਕਿਸਾਨਾਂ ਦੇ ਵਿੱਚ ਜਿਹੜੀ ਗਈ ਹੈ, ਜਿਹਨੂੰ ਬੀਜੇਪੀ ਸਮਝਣਾ ਨਹੀਂ ਚਾਹੁੰਦੀ ਜਾਂ ਅਣਗੌਲਿਆਂ ਕਰਨਾ ਚਾਹੁੰਦੀ ਆ, ਉਹ ਇਹ ਗੱਲ ਗਈ ਹੈ ਕਿ ਸਾਨੂੰ ਜਿਹੜਾ ਜ਼ਮੀਨਾਂ ਤੋਂ ਬੇਦਖਲ ਕੀਤਾ ਜਾਏਗਾ, ਜ਼ਮੀਨਾਂ ਸਾਡੇ ਕੋਲ ਨਹੀਂ ਰਹਿਣਗੀਆਂ। ਇਹ ਜਿਹੜੀ ਗੱਲ ਗਈ ਹੈ, ਇਹ ਇੱਕ ਇਸ ਗੱਲ ਨੂੰ ਉਹਨਾਂ ਨੂੰ रियलाइज करना चाहिए, समझ लेना चाहिए कि ये आंदोलन खत्म नहीं होएगा जब तक बात उनकी नहीं मानी जाएगी। जी, इस वक्त हमारे साथ फोन लाइन पर मेहमान जुड़ चुके हैं। मंजीत सिंह जी के हमारे संपर्क में है, फोन लाइन पर मौजूद है। जी मंजीत जी, बहुत बहुत स्वागत करती हूँ मैं आपका न्यूज़ लेफ्ट एंड राइट के इस मंच पर। जानना चाहूंगी कि किसानों का जो ये अभी संग्राम चल रहा है, दिल्ली में उन्हें इकट्ठा होने की इजाजत मिल गई है, क्या प्रतिक्रिया है आपकी? मैं समझता हूँ कि जो दिल्ली में उनको अलाउ किया है ये अच्छी बात करी है, नहीं तो बहुत बड़ी कन्फ्रंटेशन मैं समझता हूँ कि कैपिटल ऑफ इंडिया में होनी थी और गवर्नमेंट ऑफ इंडिया को सीधा इनके जो इश्यूज हैं उसके ऊपर ध्यान देकर उसको सॉल्व करना चाहिए। नहीं तो मैं समझता हूँ कि ये खाली पंजाब की बात नहीं है, ये बाकी हिस्सों में भी जाएगा और पंजाब बीइंग ए बॉर्डर स्टेट ये काफी ज्यादा इसके रिपरकशन गलत होंगे मुल्क के लिए भी। ठीक है जी, किया जाता भी जी दिल्ली मैनेजमेंट कमेटी है, दिल्ली गुरुद्वारा मैनेजमेंट प्रबंधक कमेटी, ਉਹਨੇ ਉੱਥੇ ਲੰਗਰ ਦੇ ਪ੍ਰਬੰਧ ਕੀਤੇ ਆ, ਤੁਸੀਂ ਉਹਦੇ ਵਿੱਚ ਕੀ ਯੋਗਦਾਨ ਪਾ ਰਹੇ ਹੋ, ਕਿਵੇਂ ਕਿਸਾਨਾਂ ਦਾ ਸਹਿਯੋਗ ਕਰੋਗੇ? ਬਲਵਿੰਦਰ ਜੰਮੂ ਬੋਲ ਰਿਹਾ। हाँ जम्मू जी की हाल चाल है? बस वधिया जी। मैं समझदा कि ਜਿਹੜੀ ਤੁਸੀਂ ਲੰਗਰ ਦੀ ਗੱਲ ਕਹੀ ਹੈ, ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਕਿ ਕਿੱਥੇ ਉਹਨਾਂ ਨੇ ਲੰਗਰ ਦੇ ਪ੍ਰਬੰਧ ਕੀਤੇ ਨੇ, ਲੇਕਿਨ ਐਨੀਵੇਜ਼ ਗੁਰਦੁਆਰਾ ਕਮੇਟੀ ਦੇ ਵਿੱਚ ਆਲਰੇਡੀ ਮੇਨ ਬੰਗਲਾ ਸਾਹਿਬ ਹੈਗਾ ਜਿਹੜਾ ਸਥਾਨ ਨਾ ਜਿੱਥੇ ਲੰਗਰ ਸਾਰੇ ਜੰਤਰ ਮੰਤਰ ਨੂੰ ਜਾਂ ਦੂਜੀ ਜਗ੍ਹਾ ਤੇ ਜਾਣਾ ਹੁੰਦਾ ਹੈ, ਉੱਥੋਂ ਦਾ ਜਿਹੜਾ ਕਿਚਨ ਆ ਟੁੱਟਾ ਪਿਆ। ਜਿਹੜਾ ਰਕਾਬਗੰਜ ਸਾਹਿਬ ਨੇੜੇ ਆ ਉੱਥੇ ਲੰਗਰ ਪੱਕਦੇ ਨੇ, ਉੱਥੋਂ ਦੀ ਇੰਤਜ਼ਾਮ ਹੁੰਦਾ ਹੈ। ਲੇਕਿਨ ਜੋ ਹੁਣ ਮੈਨੂੰ ਪਤਾ ਲੱਗਾ ਕਿ ਉਹ ਜੰਤਰ ਮੰਤਰ ਤੱਕ ਪਹੁੰਚਣਾ ਹੀ ਨਹੀਂ, ਉਹਨਾਂ ਨੂੰ ਦਿੱਲੀ ਦੇ ਅੰਦਰ ਵੜਦੇ ਜਿਹੜਾ ਮੈਂ ਸਮਝਦਾ ਨੰਸਾਰੀ ਕਾਲੋਨੀ ਹੈ ਉੱਥੇ ਉਹਨਾਂ ਨੂੰ ਅਲਾਉ ਕਰ ਰਹੇ ਨੇ। ਹੁਣ ਉੱਥੇ ਉਹ ਕਿੱਦਾਂ ਲੰਗਰ ਪਕਾਣਗੇ, ਕਿੱਦਾਂ ਪਹੁੰਚਾਣਗੇ, ਮੈਂ ਹਲੇ ਨਹੀਂ ਕਹਿ ਸਕਦਾ, ਇਹ ਉਹਨਾਂ ਨੂੰ ਪਤਾ ਹੋਊਗਾ। ਪਰ ਕਿਸਾਨ ਆਪਣਾ ਪ੍ਰਬੰਧ ਕਾਫੀ ਕਰਕੇ ਆਏ, ਉਹਨਾਂ ਨੇ ਟਰਾਲੀਆਂ ਦੇ ਵਿੱਚ ਹੀ ਸਾਰਾ ਕੁਝ ਰੱਖਿਆ ਹੋਇਆ ਹੈ। ਹਾਂ, ਉਹਨਾਂ ਦੇ ਕੋਲ ਆਪਣਾ ਸਾਰਾ ਇੰਤਜ਼ਾਮ ਹੈਗਾ, ਗੈਸ ਦੇ ਚੁੱਲ੍ਹੇ ਤੋਂ ਲੈ ਕੇ ਰਾਸ਼ਨ ਤੱਕ ਸਭ ਕੁਝ ਹੈ। ਲੇਕਿਨ ਅਗਰ ਉਹਨਾਂ ਨੂੰ ਲੋੜ ਪਏਗੀ ਇੱਥੇ ਜੋ ਅਸੀਂ ਲੋग ਇਹਦੇ ਵਿੱਚ ਜ਼रूर मदद कराएं। जी के जी, मदद करने की बात कर रहे हैं आप। फिलहाल अभी तक आप आगे नहीं पहुंचे, उनको वहां पर किसी तरह की राशन की दिक्कत ना हो, अब तक पहुंचना चाहिए था। किसान वहां पर कल से ही मौजूद हैं। नहीं, हमारा तो मैं तो भैया सवेरे बंगला साहब के अंदर एक इंसिडेंस हो गया था। ਉੱਥੇ ਇੱਕ ਬੰਦਾ ਸਵੇਰੇ ਪ੍ਰਕਾਸ਼ ਦੇ ਵਕਤ ਉੱਥੇ ਚੜ ਗਿਆ ਸੀਗਾ, ਮਹਾਰਾਜ ਦੇ ਥੜੇ ਤੇ। ਅਸੀਂ ਸਵੇਰੇ 4 ਵਜੇ ਤੋਂ ਪਾਰਲੀਮੈਂਟ ਸਟਰੀਟ ਥਾਣੇ ਸੀਗੇ, ਉਹਦਾ ਕੇਸ ਰਜਿਸਟਰ ਕਰਾ ਕੇ ਹੁਣ ਵਾਪਸ ਆਏ ਆ, ਫਿਰ ਤਿਆਰ ਹੋ ਕੇ ਨਿਕਲਦੇ ਪਏ ਆ। ਸਵੇਰੇ 4 ਵਜੇ ਤੋਂ ਅਸੀਂ ਥਾਣੇ ਸੀਗੇ, ਜੋ ਬੰਗਲਾ ਸਾਹਿਬ बहुत बड़ा सेक्टर है, ਹੁਣ तो बचा एक किस्म का मैं कह सकता। जी, बहुत बहुत शुक्रिया करती हूँ आपका मंजीत सिंह जी के। जी, ये थे मंजीत सिंह जी के जी जो स्वागत कर रहे थे इस बात का कि चलिए केंद्र सरकार ने उन्हें दिल्ली में इकट्ठा होने की इजाज़त दे दी, ये स्वागत योग्य है। हालांकि जो किसानों का संग्राम है वो इसके लिए मानेगा कि नहीं, ये देखने वाली बात होगी। जब मुझे चर्चा आगे बढ़ाती हूँ, किसानों में आपने जैसे पहले जिक्र किया कि इस बात को लेकर अभी मतभेद बना हुआ है कि क्या वो यहाँ पर इकट्ठा होना स्वीकार करेंगे, सब में इस बात की सहमति बनेगी कि नहीं। ऐसे में किसान अगर बिखर जाता है, जगह जगह पर धरना दे रहा है, तो इसका किस तरह से जो असर है वो केंद्र की सरकार पर पड़ेगा? देखो, किसानों दे लीडरशिप जिहड़ी है ना अजे दिल्ली सारी पहुंची नहीं गई। जिहड़ा उगराहा ग्रुप है वो अजे जींद है, वो तो पिछे है, जींद अजे अद तो बहुत पिछे है जी। इसे तरीके नाल कुछ होर आगू वो भी पिछे ने। ये मेरा ख्याल शाम तक सारे इकट्ठे होणगे। वो तो पहला हो अजकल वर्चुअल मीटिंग का जिहड़ा जमाना है, हो सकता है इन्होंने वर्चुअल टैलीफोन के उपर आपस में गलबात करके कोई सहमति बना ली होवे, पर ਇਹਦੇ ਤੇ मत बरकरार ने भी बराड़ी च बैठना ਜਾਂ ਸ਼ੰਭੂ ਸਿੰਧੂ ਬਾਰਡਰ ਜਾਂ
ਜਿਹੜਾ ਦੂਜੇ ਬਾਰਡਰ ਨੇ ਜਾਂ 5 ਜਿਹੜੀਆਂ ਲੋਕੇਸ਼ਨਾਂ ਨੇ ਜਿਹੜੀਆਂ ਦਿੱਲੀ ਨੂੰ ਰਸਤੇ ਜਾਂਦੇ ਉਹਨਾਂ ਦੇ ਉੱਪਰ ਬੈਠਣਾ, ਇਹ ਸ਼ਾਮ ਤੱਕ ਮੇਰਾ ਖਿਆਲ ਹੋਰ 2-3 ਘੰਟਿਆਂ ਤੱਕ ਕੋਈ ਸਹਿਮਤੀ ਜੇ ਬਣ ਗਈ ਤਾਂ ਇਹ ਬਰਾੜੀ ਜਾਣਗੇ। ਹੋ ਸਕਦਾ ਇਹਨਾਂ ਨੂੰ ਪੈਸੇਜ ਵੀ ਮਿਲ ਜਾਵੇ। ਜਿਹੜਾ ਸਿੰਧੂ ਬਾਰਡਰ ਆ, ਇੱਕ ਪਾਸੇ ਇਹਨਾਂ ਨੇ ਬੈਰੀਕੇਡ ਤੋੜ ਕੇ ਰਸਤਾ ਸਾਫ਼ ਕਰ ਲਿਆ ਤੇ ਦੂਜੇ ਪਾਸੇ ਟਕਰਾਅ ਜਾਰੀ ਆ ਮਤਲਬ, ਤੇ ਉਹ ਰਸਤਾ ਮਿਲਣ ਤੋਂ ਬਾਅਦ ਇਹ ਜਾਣਗੇ ਜਾਂ ਕੀ ਕਰਨਗੇ। ਮੈਨੂੰ ਲੱਗਦਾ ਕਿ ਕਿਸਾਨ ਅਲਟੀਮੇਟਲੀ ਬਰਾੜੀ ਜਾਣਗੇ, ਉੱਤੇ ਬੈਠਣਗੇ। ਹੋ ਸਕਦਾ ਕੁਝ ਕਿਸਾਨ ਜਿਹੜੇ ਆ ਉਹ ਵਾਪਸ ਇੱਥੇ ਬੈਠ ਜਾਣ, ਪਰ ਕਿਸਾਨਾਂ ਕੋਲ ਜਦੋਂ ਬਰਾੜੀ ਵੀ ਜਾਂਦੇ ਉਸ ਤੋਂ ਬਾਅਦ ਵੀ ਮੈਨੂੰ ਲੱਗਦਾ ਸੜਕਾਂ ਦੇ ਉੱਪਰ ਆਉਣ ਦਾ ਉਹਨਾਂ ਕੋਲ ਬਦਲ ਮੌਜੂਦ ਰਹੇਗਾ। ਜੇ ਨਹੀਂ ਕੇਂਦਰ ਸਰਕਾਰ ਸੁਣੇਗੀ ਤਾਂ ਉਹ ਬਰਾੜੀ ਤੋਂ ਵਾਪਸ ਆ ਸਕਦੇ। ਇਸ ਕਰਕੇ ਬਰਾੜੀ ਦੀ ਆਪਸ਼ਨ ਜਿਹੜੀ ਆ ਸਾਡੇ ਖਿਆਲ ਮੁਤਾਬਕ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਆ। ਬਾਕੀ ਉਹਨਾਂ ਦਾ ਆਪਣਾ ਡੈਮੋਕ੍ਰੈਟਿਕ ਸੈਟਅਪ ਆ, ਉਹਨਾਂ ਉਹਦੇ 'ਚ ਕੀ ਕਰਨਾ ਨਹੀਂ ਕਰਨਾ ਇਹ ਉਹਨਾਂ ਨੇ ਆਪਣੇ ਸਾਰੇ ਚੰਗੇ ਮਾੜੇ ਸਾਰੇ ਪੱਖ ਦੇਖ ਕੇ ਫੈਸਲਾ ਕਰਨਾ। ਤੇ ਜਿਹੜਾ ਕੇਂਦਰ ਸਰਕਾਰ ਦੀ ਆਪਸ਼ਨ ਹੈ, ਜਿਵੇਂ ਉਹਨਾਂ ਨੇ ਮਾਲ ਗੱਡੀਆਂ ਦੇ ਉੱਪਰ ਦੂਜੀਆਂ ਮੁਸਾਫਰ ਗੱਡੀਆਂ ਦੇ ਉੱਪਰ ਮੰਨ ਲਈ ਸੀਗੀ, ਇਹ ਵੀ ਮੰਨ ਕੇ ਉੱਥੇ बैठ के फिर दोबारा आ सकते हैं। जी बिल्कुल। हाँ। अविनाश जी, अगला सवाल मेरा आपसे है कि आप जब शंभू बैरियर पर थे कल, तो वहां पर आपको युवा किस तरह से दिख रहा था? जो युवा किसान हैं उनकी तादाद किस तरह से आप वहां पर उपस्थित थे कि क्या जो युवा है उनकी तादाद वहां ज्यादा थी और इसी वजह से जो आक्रोश है किसानों का वो ज्यादा देखने को मिला? नेहा जी ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ ਇਸ ਮੁੱਦੇ ਨੂੰ ਲੈ ਕੇ ਯੁਵਾ ਤੇ ਬਜ਼ੁਰਗਾਂ ਦੀ ਗਿਣਤੀ ਕਿਤੇ ਵੀ ਘਟ ਨਹੀਂ ਹੈ। ਅਸੀਂ ਸ਼ੰਭੂ ਬੈਰੀਅਰ ਤੇ ਪੂਰੀ ਟੀਮ ਨਾਲ ਸੀਗੇ, ਉੱਥੇ ਇੰਨਾ ਜੋਸ਼ ਭਰਿਆ ਸੀਗਾ। ਜਿਹੜੇ ਯੁਵਾ ਇਹਨਾਂ ਦੀ ਤਾਕਤ ਹੈ, ਇੰਨੇ ਯੁਵਾ ਸੀਗੇ ਤੇ ਪੂਰੇ ਜੋਸ਼ ਲਲਕਾਰੇ ਨਾਰੇਬਾਜ਼ੀ ਕਰਦੇ ਆ। ਉਹ ਉੱਥੇ ਪੁਲਿਸ ਨੇ ਉਹਨਾਂ ਨਾਲ ਜਿਹੜੀ ਹੈ ਗਲਤ ਕਾਰਵਾਈ ਜਿਹੜੀ ਕੀਤੀ ਉਹਦਾ ਉਹਨਾਂ ਨੇ ਵਿਰੋਧ ਕੀਤਾ, ਖਿੱਚ ਕੇ ਵਿਰੋਧ ਕੀਤਾ ਲਾਊਡ ਸਪੀਕਰਾਂ ਨਾਲ। ਜਦੋਂ ਪੁਲਿਸ ਨੇ ਉਹਨਾਂ ਨੂੰ ਧਮਕਾਇਆ, ਡਰਾਉਣ ਦੀ ਕੋਸ਼ਿਸ਼ ਕੀਤੀ, ਜਿਹੜੇ ਇਹਨਾਂ ਦੇ ਜਿੰਨੇ ਵੀ ਜਵਾਨ ਸੀਗੇ ਜਥੇਬੰਦੀਆਂ ਦੇ, ਉਹਨਾਂ ਨੇ ਕੀ ਕੀਤਾ, ਉਹ ਲਾਊਡ ਸਪੀਕਰ ਜਿਹੜੇ ਪੱਟ ਕੇ ਉਹ ਨਾਲ ਆਪਣੇ ਕੰਧਿਆਂ ਤੇ ਰੱਖ ਕੇ ਲੈ ਗਏ ਨੇ। ਤੇ ਉਹਨਾਂ ਨੂੰ ਪੁਲਿਸ ਨੇ ਉਹ ਕਹਿੰਦੇ ਦਿਸੇ ਪੁਲਿਸ ਨੂੰ ਕਿ ਜੇਕਰ ਤੁਸੀਂ ਇਦਾਂ ਕਰੋਗੇ ਅਸੀਂ ਇਹਦਾ ਜਵਾਬ ਤੁਹਾਨੂੰ ਦਿੱਲੀ ਜਾ ਕੇ ਦੇਵਾਂਗੇ। ਇਹ ਇੰਨੇ ਜੋਸ਼ ਨਾਲ ਭਰੇ ਹੋਏ ਸੀਗੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹਨਾਂ ਦੇ ਇਸ ਕਦਮ ਨੂੰ। ਜਿਹੜੇ ਪੁਲਿਸ ਨੇ ਉਹਨਾਂ ਨੂੰ ਚੇਤਾਵਨੀ ਦੇਣ ਵਾਸਤੇ ਜਿਹੜੇ ਲਾਊਡ ਸਪੀਕਰ ਲਾਏ ਸੀ, ਉਹਨਾਂ ਨੇ ਪੁੱਟ ਕੇ ਜੇ ਇੱਕ ਕਰਾਰਾ ਜਵਾਬ ਦਿੱਤਾ ਪੁਲਿਸ ਨੂੰ, ਜੇਕਰ ਤੁਸੀਂ ਦੁਬਾਰਾ ਕੋਸ਼ਿਸ਼ ਕੀਤੀ ਇਹੋ ਜੀ ਬਈ ਸਾਨੂੰ ਡਰਾਵਾ ਦੇਣ ਦੀ, ਫਿਰ ਤਾਂ ਇਹਦੇ ਨਤੀਜੇ ਜਿਹੜੇ ਆ ਗੰਭੀਰ ਹੋਣਗੇ। ਤੇ ਉਸ ਤੋਂ ਬਾਅਦ ਜਿਹੜੇ ਉਹ ਆਪਣੇ ਨਾਲ ਇਹ ਵੀ ਕਹਿੰਦੇ ਸੁਣੇ ਸਾਰੇ ਜਿਹੜੇ ਜਵਾਨ ਸੀਗੇ ਜਥੇਬੰਦੀਆਂ ਦੇ, ਉਹ ਕਹਿੰਦੇ ਜਿੱਦਾਂ ਸਾਡੇ ਬਜ਼ੁਰਗ, ਸਾਡੇ ਵੱਡੇ, ਸਾਡੇ ਆਗੂ ਜਿਹੜੇ ਫੈਸਲਾ ਕਰਨਗੇ, ਅਸੀਂ ਉਹਨਾਂ ਨੂੰ ਬਰਕਰਾਰ ਰੱਖਣ ਵਾਸਤੇ, ਉਹਨਾਂ ਨੂੰ ਅੱਗੇ ਵਧਾਉਣ ਵਾਸਤੇ, ਕਾਫਿਲਾ ਦਿੱਲੀ ਤੱਕ ਪਹੁੰਚਾਉਣ ਵਾਸਤੇ ਭਾਵੇਂ ਸਾਨੂੰ ਆਪਣੀ ਜਾਨ ਦੇਣੀ ਪੈ ਜੇ। ਤੇ ਕੁਛ ਜਿਹੜੇ ਗਾਇਕੀ ਦਾ ਸ਼ੌਕ ਰੱਖਦੇ ਸੀਗੇ ਇਹੋ ਜਿਹੇ ਜਵਾਨ ਵੀ ਸੀਗੇ, ਉਹ ਆਪਣੇ ਗੀਤਾਂ ਰਾਹੀਂ ਜਿਹੜਾ ਦਿੱਲੀ ਪੁਲਿਸ ਨੂੰ, ਆਪਣਾ ਕੇਂਦਰ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ, ਹਰਿਆਣਾ ਪੁਲਿਸ ਨੂੰ ਉਹ ਚੇਤਾਵਨੀ ਦੇ ਰਹੇ ਸਨ ਕਿ ਜੇਕਰ ਤੁਸੀਂ ਹਜੇ ਵੀ ਨਹੀਂ ਰੁਕੇ ਤਾਂ ਤੁਸੀਂ ਆਪਣਾ ਹੁਣ ਅੰਜਾਮ ਭੁਗਤਣ ਨੂੰ ਤਿਆਰ ਹੋ ਜਾਓ। जी जम्मू जी, अभी खबर आई है कि जो मनजिंदर सिंह सिरसा है उन्होंने ये कहा है कि उनको पुलिस ने गिरफ्तार करने की कोशिश की क्योंकि वो किसानों का समर्थन कर रहे हैं और उनकी ये कोशिश है कि वो किसानों तक लंगर किसी भी हाल में पहुंचाए। ये इस बात का उन्होंने दावा किया है। हाँ जी, ये थोड़ा टाइम हो गया, मेरे ख्याल एक ਘੰਟਾ ਪਹਿਲਾਂ ਦੀ ਚਰਚਾ ਸੀਗੀ ਜਿਵੇਂ ਕੀਤਾ ਜਾ ਰਿਹਾ। ਮੈਂ ਤੁਹਾਨੂੰ ਕਿਸਾਨਾਂ ਦੇ ਉਤਸ਼ਾਹ ਦੀ ਗੱਲ ਦੱਸਣਾ ਚਾਹੁੰਦਾ ਕਿਸ ਕਦਰ ਜਿਹੜੇ ਕਿਸਾਨ ਜਿਹੜੇ ਦਿੱਲੀ ਨੂੰ ਚਲੇ ਗਏ, ਜਿਹੜੇ ਕੱਲ ਤੋਂ ਜਾਂ ਪਰਸੋਂ ਤੋਂ ਚੱਲੇ ਹੋਏ ਆ, ਉਹਨਾਂ ਨੂੰ ਪਿੱਛੇ, ਕਿਉਂਕਿ ਕਿਸਾਨਾਂ ਦੇ ਪਰਿਵਾਰ ਹੁਣ ਛੋਟੇ ਪਰਿਵਾਰ ਹੋ ਗਏ ਆ, 4-5 ਜੀਆਂ ਦਾ ਇੱਕ ਪਰਿਵਾਰ ਆ ਜਾਂ 6 ਜੀਆਂ ਦਾ, ਜਿਹੜੇ ਪਿੱਛੇ ਰਹਿ ਗਏ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਵੀ ਤੁਸੀਂ ਹੁਣ ਉੱਥੇ ਹੀ ਟਿਕ ਕੇ ਰਹੋ ਜਿੰਨਾ ਚਿਰ ਕੇਂਦਰ ਸਰਕਾਰ ਇਹਦਾ ਹੱਲ ਨਹੀਂ ਕੱਢਦੀ, ਕੋਈ ਕਿਸੇ ਪਾਸੇ ਗੱਲ ਬਣਦੀ ਨਹੀਂ, ਤੁਸੀਂ ਵਾਪਸ ਨਹੀਂ ਆਉਣਾ। ਅਸੀਂ ਤੁਹਾਡੇ ਪਸ਼ੂਆਂ ਨੂੰ ਵੀ ਚਾਰਾ ਪਾਵਾਂਗੇ, ਜਿਹੜੀ ਕਣਕ ਦੀ ਫਸਲ ਆ ਉਹਨੂੰ ਪਾਣੀ ਵੀ ਦੇਵਾਂਗੇ, ਉਹਦੇ ਖਾਦ ਵੀ ਪਾਵਾਂਗੇ। ਹੁਣ ਇਹ ਸਾਡਾ ਕੰਮ ਆ ਜਿਹੜੇ ਪਿੱਛੇ ਰਹਿ ਗਏ ਆ। ਇਸ ਤਰੀਕੇ ਦੀ ਜਿਹੜੀ ਹੈ ਗੱਲ ਹੈ, ਮਤਲਬ ਕਿਸਾਨ ਜਿਹੜੇ ਆ ਇਸ ਅੰਦੋਲਨ 'ਚ ਸ਼ਾਮਲ ਹੈ। ਮੇਰਾ ਖਿਆਲ ਉਹ ਜਲਦੀ ਕਿਤੇ ਪਿੱਛੇ ਮੁੜਨ ਵਾਲੇ ਨਹੀਂ, ਪਿੱਛੇ ਹਟਣ ਵਾਲੇ ਨਹੀਂ। ਉਹ ਫੈਸਲਾ ਕਰਕੇ ਗਏ ਆ ਵੀ ਕੇਂਦਰ ਸਰਕਾਰ ਜਾਂ ਆਪਣਾ ਫੈਸਲਾ ਵਾਪਸ ਲੈ ਲੈ ਜਾਂ ਫਿਰ ਸਾਡੇ ਨਾਲ ਜਿਹੜਾ ਵਰਤਾਅ ਕਰਨਾ ਉਹ ਕਰੇ। ਮਤਲਬ ਇਹਦੇ ਤੋਂ ਇੱਕ ਨਵੀਂ ਗੱਲ ਜਿਹੜੀ ਆ ਉਹ ਇਹ ਆਈ ਹੈ। ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਬਕਾਇਦਾ ਇੱਕ ਖਬਰ ਛਪੀ ਆ ਜਿਹੜੀ ਜਿਹਦੇ ਵਿੱਚ ਇਹ ਕਿਹਾ ਗਿਆ ਗੁਰਦੁਆਰਿਆਂ ਤੋਂ ਜਿਹੜੇ ਇਸ ਤਰੀਕੇ ਦਾ ਪ੍ਰਚਾਰ ਹੋਇਆ ਤੇ ਇਹ ਪ੍ਰਚਾਰ ਜਿਹੜੀ ਆ ਉਹਨਾਂ ਕਿਸਾਨਾਂ ਤੱਕ ਪਹੁੰਚ ਗਈ ਆ ਜਿਹੜੇ ਅੰਦੋਲਨ 'ਚ ਗਏ ਹੈਗੇ। ਤੇ ਜੇ ਲੋਕ ਇਸ ਗੱਲ ਤੱਕ ਮਤਲਬ ਤਿਆਰ ਨੇ, ਮਤਲਬ ਇਸ ਹੱਦ ਤੱਕ ਉਹਨਾਂ ਦੇ ਜਜ਼ਬਾ ਹੈ, ਦ੍ਰਿੜਤਾ ਹੈ, ਜਿਹੜੀ ਕਿ ਅਸੀਂ ਵਾਰ-ਵਾਰ ਦੇਖ ਰਹੇ ਹਾਂ। ਵਾਰ-ਵਾਰ ਮੇਰੇ ਖਿਆਲ ਅਸੀਂ ਕੱਲ ਪਰਸੋਂ ਦੇ ਲਗਾਤਾਰ ਹੀ ਦੇਖ ਰਹੇ ਹਾਂ,
ਹਰਿਆਣਾ ਦੇ ਕਿਸਾਨ ਇਹਨਾਂ ਨੇ ਕਿੰਨੇ ਗ੍ਰਿਫਤਾਰ ਕੀਤੇ। ਹਰਿਆਣਾ ਦੇ ਕਿਸਾਨ ਪਿੱਛੇ ਨਹੀਂ ਹਟੇ। ਪੰਜਾਬ ਦੇ ਕਿਸਾਨ ਪਾਣੀ ਤੋਂ ਨਹੀਂ ਡਰੇ, ਅਥਰੂ ਗੈਸ ਤੋਂ ਨਹੀਂ ਡਰੇ, ਲਾਠੀ ਚਾਰਜ ਤੋਂ ਨਹੀਂ ਡਰੇ। ਮਤਲਬ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਤੁਸੀਂ ਅੱਜ ਚੰਬੂ ਵਾਲੇ ਜਾਣਾ ਤਾਂ ਉਹਨਾਂ ਨੇ 26 ਨੂੰ ਸੀ ਨਾ, ਅੱਜ 27 ਹੈ, 27 ਨੂੰ ਵੀ ਕਿਸਾਨ ਜਾਈ ਜਾ ਰਿਹਾ। ਮਤਲਬ ਲਗਾਤਾਰ ਕਿਸਾਨਾਂ ਦਾ ਜੀ ਤੁਸੀਂ ਦੇਖੋਗੇ ਜਿਵੇਂ ਜੰਮੂ ਜੀ ਕਹਿ ਰਹੇ ਮੁੱਦਾ ਵਿਆਪਕ ਰੂਪ ਲੈ ਚੁੱਕਿਆ ਹੈ ਤੇ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਜਿਹੜਾ ਅੰਦੋਲਨ ਹੈ ਤੇਜ਼ ਹੋਇਆ, ਨਾਲੇ ਹਰ ਘਰ ਕਿਸਾਨਾਂ ਨਾਲ ਖੜਾ ਦਿਖਿਆ। ਹਰ ਘਰ ਕਿਸਾਨਾਂ ਨਾਲ ਖੜਾ ਦਿਸ ਰਿਹਾ ਹੈ ਕਿ ਉਹਦੇ ਨਾਲੇ 26 ਨੂੰ 27 ਨੂੰ ਲਗਾਤਾਰ ਹਜੇ ਵੀ ਰੁਕੇ ਨਹੀਂ। ਜਥੇਬੰਦੀਆਂ ਹਜੇ ਵੀ ਪਿੱਛੇ ਹੌਲੇ ਹੌਲੇ ਅੱਗੇ ਵਧੀਆਂ ਜਾ ਰਹੀਆਂ। ਜਿਹੜੇ ਕੁਝ ਜਥੇਬੰਦੀਆਂ ਦਿੱਲੀ ਪੁੱਜ ਗਈਆਂ ਨੇ, ਕੁਝ ਮੈਦਾਨ ਦੇ ਕੋਲ ਪੁੱਜ ਗਈਆਂ ਨੇ, ਕੁਝ ਹਜੇ ਵੀ ਪਿੱਛੇ ਚੱਲ ਰਹੀਆਂ ਤੇ ਜਿਹੜੀ ਹਰ ਜਥੇਬੰਦੀ ਦੀ ਜਿਹੜੀ ਤਾਦਾਦ ਹੈ ਉਹ ਭਾਰੀ ਸੰਖਿਆ 'ਚ ਹੈ। ਇਸ ਕਰਕੇ ਪੁਲਿਸ ਨੂੰ ਵੀ ਬੜੀ ਮਸ਼ੱਕਤ ਕਰਨੀ ਪਈ ਤੇ ਉਹਨਾਂ ਦੀ ਕੋਈ ਜੁਗਤ ਜਿਹੜੀ ਹੈ ਉਹ ਸਿਰੇ ਚੜ੍ਹੀ ਨਹੀਂ ਤੇ ਕਿਸਾਨ ਜਥੇਬੰਦੀਆਂ ਦਿੱਲੀ ਪੁੱਜ ਗਈਆਂ ਨੇ, ਹਜੇ ਹੋਰ ਪੁੱਜ ਰਹੀਆਂ ਨੇ। ਹੁਣ ਜਿਹੜੀ ਮੈਨੂੰ ਮੌਜੂਦਾ ਸਥਿਤੀ ਲੱਗਦੀ ਹੈ, ਹੁਣ ਸਾਰੇ ਕਿਸਾਨ ਜਿਹੜੇ ਹੈ ਇਹਦੀ ਉਡੀਕ ਕਰਦੇ ਨੇ ਕਿ ਉਹਨਾਂ ਦੇ ਆਗੂ ਕੀ ਰਣਨੀਤੀ ਅਪਣਾਉਂਦੇ ਨੇ, ਕਿ ਉਹ ਜਿਹੜਾ ਬਰਾੜੀ ਮੈਦਾਨ ਹੈ ਉੱਥੇ ਹੀ ਆਪਣਾ ਧਰਨਾ ਦੇਣਗੇ ਜਾਂ ਉਹ ਜਿਹੜਾ ਰਾਮਲੀਲਾ ਮੈਦਾਨ ਹੈ ਜਾਂ ਹੋਰ ਕਿਸੇ ਥਾਂ ਜਾਣ। ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਇਹ ਯੋਜਨਾ ਹੈ ਕਿ ਉਹਨਾਂ ਜਿਹੜੇ ਕਿਸਾਨ ਜਥੇਬੰਦੀਆਂ ਉਹਨੂੰ ਦਿੱਲੀ 'ਚ ਪੂਰੀ ਤਰ੍ਹਾਂ ਐਂਟਰ ਨਾ ਹੋਣ ਦਿੱਤਾ ਜਾਵੇ, ਬਾਹਰ ਹੀ ਥੋੜਾ ਜਿਹਾ ਜਿਹੜੇ ਇੱਕ ਪਾਸੇ ਉਹਨਾਂ ਨੂੰ ਰੱਖ ਜਾਣ ਤਾਂ ਕਿ ਜਿਹੜੀ ਬਾਕੀ ਜੀ ਵਿਵਸਥਾ ਹੈ ਦਿੱਲੀ ਦੀ ਉਹ ਕਿਤੇ ਤਿੱਤਰ ਬਿੱਤਰ ਖਰਾਬ ਨਾ ਹੋਵੇ, ਉਹਨੂੰ ਨੁਕਸਾਨ ਨਾ ਹੋਵੇ। ਕਿਉਂਕਿ ਜੇ ਵਿਚਕਾਰ ਕੋਈ ਗਲਤ ਫੈਸਲਾ ਕੇਂਦਰ ਸਰਕਾਰ ਵੱਲੋਂ ਹੁਣ ਦੁਬਾਰਾ ਲੈ ਲਿਆ ਗਿਆ ਤਾਂ ਕਿਸਾਨ ਉੱਥੇ ਪੁੱਜੇ ਹੋਏ ਨੇ, ਉੱਥੇ ਸੰਕਟ ਦਿੱਲੀ ਵਾਸਤੇ ਖੜਾ ਹੋ ਸਕਦਾ ਹੈ, ਕੇਂਦਰ ਸਰਕਾਰ ਵਾਸਤੇ ਸੰਕਟ ਖੜਾ ਹੋ ਸਕਦਾ। ਹਾਲਾਂਕਿ ਦਿੱਲੀ ਸਰਕਾਰ ਜਿਹੜਾ ਸਮਰਥਨ ਕਰ ਰਹੀ ਹੈ ਇਹ ਕਿਸਾਨ ਆਗੂਆਂ ਦਾ, ਕਿਸਾਨਾਂ ਦੀਆਂ ਮੰਗਾਂ ਦਾ, ਤੇ ਉਹ ਪਹਿਲਾਂ ਹੀ ਕਹਿ ਚੁੱਕੇ ਕੇਜਰੀਵਾਲ ਸਰਕਾਰ ਕਿ ਉਹ ਜਿਹੜੇ ਉਹਨਾਂ ਦੇ ਹਿਮਾਇਤੀ ਇੱਕ ਤਰ੍ਹਾਂ ਤੋਂ ਦਿਸ ਰਹੇ ਨੇ, ਹਜੇ ਉਹਨਾਂ ਦੇ ਵੱਲੋਂ ਕੋਈ ਵਿਰੋਧੀ ਕਾਰਵਾਈ ਨਹੀਂ ਹੋਈ ਹੈ। ਤੇ ਇਸੇ ਕਰਕੇ ਜਿਹੜਾ ਹੁਣ ਕੇਂਦਰ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਹੁਣ ਉਹਨਾਂ ਦਾ ਅਗਲਾ ਕਦਮ ਕੀ ਹੋਣਾ ਚਾਹੀਦਾ। ਉਸ ਤੋਂ ਪਹਿਲਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਹੈ ਉਹਨਾਂ ਦਾ ਫੈਸਲਾ, ਉਹਨਾਂ ਤੋਂ ਬਿਆਨਬਾਜ਼ੀ ਹਜੇ ਹੋਣੀ ਹੈ ਕਿ ਉਹ ਜਿਹੜਾ ਬਰਾੜੀ ਮੈਦਾਨ ਹੈ ਉਹ ਉਹਦੇ ਵਾਸਤੇ ਤਿਆਰ ਨੇ ਜਾਂ ਉਹ ਕਿਤੇ ਹੋਰ ਅੱਗੇ ਵਧਣਗੇ। जैसा जम्मू जी ने कहा कि उसकी कैपेसिटी इतनी है, क्षमता इतनी है कि वहां पर 2 से 2.5 लाख वहां पर लोगों की तादाद है वो इकट्ठा हो सकती है। एक खबर अभी आ रही है कि पंजाब में कुछ ट्रेन्स कैंसिल करनी पड़ी हैं, कई के रूट बदलने पड़े हैं क्योंकि लगातार जो है प्रदर्शन है वो उग्र होता दिख रहा है, जो थमता नहीं दिख रहा है। नहीं ये गल नहीं हैगी ਜਿਹੜੀ ਰੇਲਵੇ ਕਹਿ ਰਿਹਾ, ਇਹ ਗੱਲ ਨਹੀਂ, ਇਹਦੀ ਥਾਂ ਤੇ ਗੱਲ ਹੋਰ ਹੈ ਜੀ। ਇਹਨਾਂ ਨੂੰ ਇਹ ਲੱਗਦਾ ਵੀ ਜੇ ਇਧਰ ਮਾਲਵੇ ਦੇ ਵਿੱਚ ਟ੍ਰੇਨਾਂ ਚਲਾਵਾਂਗੇ ਤਾਂ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਜਾ ਸਕਦਾ, ਦਿੱਲੀ ਦੇ ਵਿੱਚ ਐਂਟਰ ਕਰ ਸਕਦਾ। ਇਹ ਪ੍ਰੋਬਲਮ ਹੈਗੀ। ਮਤਲਬ ਬਾਕੀ ਜਿਹੜੇ ਉਹ ਗੱਲਾਂ ਜਿਹੜੀਆਂ ਘਬਰਾ ਰਹੀ ਹੈ ਸਰਕਾਰ ਤੇ ਸਾਰੀ, ਇਸ ਕਰਕੇ ਇਹਨਾਂ ਨੇ ਟ੍ਰੇਨਾਂ ਬੰਦ ਕੀਤੀਆਂ ਹੋਈਆਂ। ਤੁਸੀਂ ਦੇਖੋ ਉਹ ਟਰਾਲੀਆਂ ਤੇ ਜਾ ਰਹੇ ਆ, ਜੇ ਟ੍ਰੇਨ ਦੀ ਆਪਸ਼ਨ ਹੋਵੇ ਤਾਂ ਲੋਕ ਟ੍ਰੇਨ 'ਚ ਬੈਠ ਕੇ ਚੱਲ ਜਾਣਗੇ ਤੇ ਨਾਲੇ ਪਹੁੰਚ ਜਲਦੀ ਜਾਣਗੇ, ਨਾਲੇ ਠੰਡ ਦਾ ਮੌਸਮ ਨੇ, ਨਾ ਪਾਣੀ ਦੀਆਂ ਵਿਛਾੜਾਂ ਦਾ ਡਰ ਰਹੇਗਾ। ਇਸ ਕਰਕੇ ਕੇਂਦਰ ਸਰਕਾਰ ਨੇ ਇਹ ਨੂੰ ਕਿਹਾ ਵੀ ਇਸ ਪਾਸੇ ਵੱਲ ਜਿੱਥੇ ਕਿਸਾਨ ਜ਼ਿਆਦਾ ਮੋਬਿਲਾਈਜ਼ ਨੇ, ਜ਼ਿਆਦਾ ਸਰਗਰਮ ਨੇ, ਉੱਥੇ ਟ੍ਰੇਨਾਂ ਬੰਦ ਕਰ ਦਿਓ। ਇਹ ਜਿਹੜੀ ਦਲੀਲ ਆ ਉਹਨਾਂ ਦੀ, ਇਹਦੇ 'ਚ ਕੋਈ ਵਜਨ ਨਹੀਂ, ਇਹ ਬੇਸਲੈਸ ਜਿਹੜੀ ਉਹਨਾਂ ਦੀ ਦਲੀਲ ਹੈਗੀ। ਇਸ ਕਰਕੇ ਇਹੋ ਜਿਹੀ ਦਲੀਲਾਂ ਨਾਲ ਜਿਹੜੀ ਜੰਮੂ ਜੀ ਕੇਂਦਰ ਸਰਕਾਰ ਦੀ ਸੋਚਣੀ ਹੈ ਬਈ ਜੇਕਰ ਅਸੀਂ ਉਹ ਟ੍ਰੇਨਾਂ ਬੰਦ ਕਰ ਦੇਣਗੇ ਤਾਂ ਕਿਸਾਨ ਦਿੱਲੀ ਵੱਲ ਕੂਚ ਕਰਨ ਨੂੰ ਰਹਿ ਜਾਣਗੇ, ਤੇ ਇਹ ਮੇਰੇ ਖਿਆਲ ਹੈ ਉਹਨਾਂ ਦੀ ਗਲਤ ਸੋਚਣੀ ਹੈ। ਕਿਸਾਨ ਪੂਰੀ ਤਰ੍ਹਾਂ ਤਿਆਰ ਹੈ, ਉਹ ਆਪਣਾ ਸਾਜੋ ਸਮਾਨ, ਆਪਣੇ ਸਾਰੀ ਗੱਡੀਆਂ ਨਾਲ ਲੈ ਕੇ ਤੁਰੇ ਹੋਏ ਨੇ ਤੇ ਹੋਰ ਵੀ ਤੁਰਨ 'ਚ ਲੱਗੇ ਹੋਏ ਨੇ। ਤੇ ਇਹ ਜਿਹੜੀ ਟ੍ਰੇਨਾਂ ਤੁਸੀਂ ਬੰਦ ਕਰ ਦੋਗੇ ਤਾਂ ਮੈਨੂੰ ਨਹੀਂ ਲੱਗਦਾ ਜੇ ਕੇਂਦਰ ਸਰਕਾਰ ਦੀ ਇਹ ਯੋਜਨਾ ਕਿਸੇ ਕੰਮ ਆਉਣੀ ਹੈ ਉਹਨਾਂ ਦੇ। जी जम्मू जी, आखिरी के कुछ क्षण रह गए हैं, आपसे जानना चाहूंगी कि अब क्या लग रहा है कि आगे की स्थिति क्या बन रही है? केंद्र सरकार बातचीत के लिए आगे आएगी? दो लाइंस में देखो, केंद्र कोल गलबात तो बिना कोई होर रस्ता नहीं, ਉਹਨਾਂ ਨੂੰ ਬੰਨਣਾ ਪਏਗਾ। ਖੇਤੀ ਬਿੱਲਾਂ ਦੇ, ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੁਝ ਕਰਨਾ ਪਏਗਾ, ਨਹੀਂ ਤੇ ਜਿਹੜਾ ਕਿਸਾਨ ਹੈ ਉਹ ਜਿੰਨੇ ਗਏ ਆ ਉਹ ਉਹਨਾਂ ਦੀ ਗਿਣਤੀ ਘਟਣ ਨਹੀਂ ਲੱਗੀ, ਉਹਨਾਂ ਦੀ ਗਿਣਤੀ ਹੋਰ ਵਧੇਗੀ। ਇਸ ਕਰਕੇ ਉਹਨਾਂ ਨੂੰ ਇਸ ਮੁੱਦੇ ਦੇ ਉੱਪਰ ਕੁਝ ਨਾ ਕੁਝ ਕਰਨਾ ਪਏਗਾ। ਜਿਹੜੇ ਅੱਜ ਬਾਤ ਕਰ ਲੈਣੀ ਚਾਹੀਏ। ਹਾਂਜੀ ਤੇ ਗੱਲਬਾਤ ਦਾ ਰਾਹ ਦੇਸ਼ ਦਾ ਅੰਨਦਾਤਾ ਹੈ, ਉਹਦੇ ਨਾਲ ਇਹ ਜਿਹੜਾ ਵਿਹਾਰ ਹੈ ਇਹ ਗਲਤ ਹੈ, गैर जमहूरी है, ਇਹਦੇ ਤੋਂ ਕੇਂਦਰ ਸਰਕਾਰ ਨੂੰ ਪਿੱਛੇ ਆਉਣਾ ਚਾਹੀਦਾ ਤੇ ਗੱਲਬਾत करके मामला निबेड़ना चाहिए। बहुत बहुत शुक्रिया करूंगी मैं अविनाश आपका और जम्मू जी आपका कि एक चर्चा हमने की किसानों के आंदोलन की, संग्राम की, जो महासंग्राम में बदलता नजर आ रहा है। दिल्ली में उन्हें इजाजत मिल गई है कि बुराड़ी में समागम ग्राउंड है, वहां पर निरंकारी समाज का वहां पर इकट्ठा हो सकते हैं। हालांकि बातचीत का कोई न्योता अभी तक सरकार की तरफ से किसानों को नहीं दिया गया है, वो अभी भी 3 दिसंबर को ही बातचीत करने पर अड़े हुए। फिलहाल इतना ही, नमस्कार।